मित्र प्यारे हाल मुरीदा दा कहना। गुरु नानक पद पंकज बंदन पद पंकज सिमरो अंगद दुख निकंदन गुर अमरदास हृदय नित त्यागों श्री गुरु रामदास गुण गावों गुर अर्जन बिगनन के नासक बिगनन के हर गोबिंद शुभ सुमत परकाश श्री हर राय नमो कार जोरी नमो कार श्री हर कृष्ण नाम गुर तेग बहादुर परम कृपाला जी परम कृपा श्री गुरु गोबिंद सिंह विसाला तारो तरा पर पुन पुन सीसा जी पुन पुन बंदों बार बार जगदीश एक अंकारा सतगुरु तेह प्रसाद सच होए। वाहेगुरु जी की फतेह है विघ्न विनाशन सोए। वाहेगुरु जी की फतेह है विघ्न विनाशन सोए। सतनाम श्री वाहिगुरु साहिब जीओ। दोहरा साख सुनो बड़ उन दुष्टन होए आद दुष्टन मैं लिख। गुर लोपी कोपी पंथै निंदै जिन गुर सिख। वाहिगुरु जी का खालसा वाहिगुरु जी की फतेह। जुग हो जुग अटल चबर छतर तख्त के मालक साहिब कमाल दसां पातशाहियां दे पावनात्मक ਸਰੂਪ ਸਾਹਿਬ सच्चे पातशाह ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਕਮਲਾਂ ਪਾਸ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। नेता प्रत न्यायी गुरु का इतिहास सरवण करने वास्ते आप जी सरबत संगतां गुरु दरबार अंदर जुड़ बैठे हो। गुरु अमरदास महाराज आप जी दे चरणों विच गंगोशा चल के आया। गढ़ शंकर दे इलाके का रहन वाला सी। रस्तां बस्तां बेच के गुजारा करदा सी। संगतां अमृतसर साहब श्री गोਇੰਦਵਾਲ साहब नूं जा रहीआं सन। पुछण लगा कित्थे जा रहे हो? तिन्हां कहा कि महाराज गुरु अमरदास सच्चे पातशाह जी के दर्शन करने वास्ते श्री गोਇੰਦਵਾਲ साहब जा रहे हैं।
ਮੁਕਤੀ ਤੇ ਪਦਾਰਥਾਂ ਦੇ ਉਹ ਦਾਤੇ ਨੇ। ਤੇ ਗੰਗੋ ਸ਼ਾਹ ਉਹਨਾਂ ਦੇ ਨਾਲ ਮਿਲ ਕੇ ਗੋਇੰਦਵਾਲ ਸਾਹਿਬ ਆਇਆ, ਗੁਰੂ ਸਾਹਿਬ ਦੇ ਦੀਦਾਰ ਕੀਤੇ। ਬੌਲੀ ਸਾਹਿਬ ਦੀ ਸੇਵਾ ਕਰਨ ਲੱਗਾ। ਬੌਲੀ ਦਾ ਜਦੋਂ ਕੜ ਟੁੱਟਿਆ ਹੈ, ਗੰਗੋ ਸ਼ਾਹ ਨੇ ਵਦਾਨ ਹਥੋੜਾ ਮਾਰਿਆ, ਬੌਲੀ ਦਾ ਕੜ ਟੁੱਟ ਗਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਸਿੱਖਾਂ ਮੰਗ ਕੀ ਮੰਗਦਾ? ਮਹਾਰਾਜ ਪਦਾਰਥ ਦੇ ਦਿਓ, ਮਾਇਆ ਦੇ ਦਿਓ। ਸਤਿਗੁਰੂ ਕਹਿੰਦੇ ਦਿੱਲੀ ਚਲਾ ਜਾ, ਹੁੰਡੀ ਦਾ ਕੰਮ ਕਰ ਲੈ। ਗੁਰੂ ਸਾਹਿਬ ਦਾ ਬਚਨ ਮੰਨ ਕੇ ਦਿੱਲੀ ਗਿਆ, ਹੁੰਡੀ ਦਾ ਕੰਮ ਕੀਤਾ, ਧਨਵਾਨ ਬਣ ਗਿਆ। ਗੁਰੂ ਸਾਹਿਬ ਨੇ ਪ੍ਰੀਖਿਆ ਪਾ ਦਿੱਤੀ, ਇੱਕ ਸਿੱਖ ਨੂੰ ਹੁੰਡੀ ਕਰਕੇ ਭੇਜਿਆ। ਤੇ ਗੰਗੋ ਸ਼ਾਹ ਨੇ ਅੱਗੇ ਸਿੱਖ ਨੂੰ ਜਵਾਬ ਦਿੱਤਾ, ਮੈਂ ਨਹੀਂ ਜਾਣਦਾ ਕਿ ਕੌਣ ਗੁਰੂ ਅਮਰਦਾਸ ਜੀ, ਤੇ ਉਹ ਮੇਰੇ ਤੇ ਹੁੰਡੀ ਨਹੀਂ ਕਰ ਸਕਦੇ। ਇਹ ਬਚਨ ਸੁਣ ਕੇ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ ਸੀ, ਜੋ ਦੇਣ ਦੀ ਤਾਕਤ ਰੱਖਦਾ ਉਹ ਵਾਪਸ ਲੈਣ ਦੀ ਸਮਰੱਥਾ ਵੀ ਰੱਖਦਾ ਹੈ। ਉਸ ਦਿਨ ਤੋਂ ਬਾਅਦ ਘਾਟਾ ਪੈ ਗਿਆ ਤੇ ਗੰਗੂ ਸ਼ਾਹ ਕੰਗਾਲ ਹੋ ਕੇ ਗੋਇੰਦਵਾਲ ਸਾਹਿਬ ਵਾਪਸ ਆਇਆ। ਫਿਰ ਸੇਵਾ ਵਿੱਚ ਜੁਟ ਗਿਆ। ਗੁਰੂ ਸਾਹਿਬ ਜੀ ਨੂੰ ਤਰਸ ਆਇਆ, ਦਇਆ ਕੀਤੀ। ਪਹਾੜੀ ਇਲਾਕੇ ਵਿੱਚ ਘਿਓ ਲੈਣ ਵਾਸਤੇ ਭੇਜਿਆ। ਜਦੋਂ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਸੀ, ਵਿਆਹ ਸੀ, ਜਾਣ ਵੇਲੇ ਬੇਨਤੀ ਕਰਨ ਲੱਗਾ, ਮਹਾਰਾਜ ਕੋਈ ਕਰਾਮਾਤ, ਕੋਈ ਸਮਰੱਥਾ ਦੇ ਦਿਓ। ਹਜ਼ੂਰ ਨੇ ਬਚਨ ਕੀਤਾ ਹੈ, ਤੇਰੀ ਰਸਨਾ ਦਾ ਕਿਹਾ ਬਚਨ ਸੱਤ ਹੋ ਜਾਏਗਾ। ਇਸ ਤਰ੍ਹਾਂ ਪਰਬਤੀ ਇਲਾਕੇ ਵਿੱਚ ਗਿਆ, ਘਿਓ ਇਕੱਠਾ ਕੀਤਾ, ਪਰ ਵਿਆਹ 'ਤੇ ਨਾ ਆਇਆ। ਜੋ ਬਚਨ ਕਹਿੰਦਾ ਸੱਤ ਹੋ ਜਾਂਦਾ। ਹੰਕਾਰ ਹੋ ਗਿਆ, ਗਰਭ ਹੋ ਗਿਆ, ਤੇ ਮੰਜੀ ਲਾ ਕੇ ਬਹਿ ਗਿਆ, ਗੁਰੂ ਬਣ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ ਵੀ ਤੇਰਾ ਮੂੰਹ ਕਾਲਾ ਹੋਵੇਗਾ, ਤੂੰ ਗੁਰੂ ਬਣ ਕੇ ਬਹਿ ਗਿਆ। ਇਸ ਤਰ੍ਹਾਂ ਉਹਦਾ ਮੁਖ ਕਾਲਾ ਹੋ ਗਿਆ। ਤੇ ਗੰਗੂ ਸ਼ਾਹ ਦਾ ਅੱਗੋਂ ਪਰਿਵਾਰ ਜਿਹਦਾ ਪ੍ਰਸੰਗ ਕੱਲ੍ਹ ਸੁਣਿਆ ਸੀ, ਖੜਗ ਸਿੰਘ, ਉਹ ਵੀ ਗੱਦੀ ਲਾ ਕੇ ਬਹਿ ਗਿਆ ਸੀ। ਇਸ ਤਰ੍ਹਾਂ ਸਵਾਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਾਖ ਸੁਨੋ ਬੜ ਉਨ ਦੁਸ਼ਟਨ ਹੋਇ, ਆਦ ਦੁਸ਼ਟਨ ਮੈਂ ਲਿਖ। ਭਾਈ ਰਤਨ ਸਿੰਘ ਜੀ ਫਰਮਾਨ ਕਰਦੇ ਨੇ, ਹੁਣ ਉਹਨਾਂ ਦੁਸ਼ਟਾਂ ਦੀ ਸਾਖੀ ਸੁਣੋ ਜੋ ਸਿੱਖਾਂ ਦੇ ਸਭ ਤੋਂ ਵੱਡੇ ਵਿਰੋਧੀ ਤੇ ਬਹੁਤ ਵੱਡੇ ਦੁਸ਼ਟ ਹੋਏ ਨੇ ਹੁਣ ਤੱਕ ਦੇ। ਉਹਨਾਂ ਦੁਸ਼ਟਾਂ ਦੀ ਮੈਂ ਤੁਹਾਨੂੰ ਕਥਾ ਸਰਵਣ ਕਰਾਉਂਦਾ ਹਾਂ। ਗੁਰ ਲੋਪੀ ਗੋਪੀ ਪੰਥੈ ਨਿੰਦੈ ਜਿਨ ਗੁਰ ਸਿੱਖ। ਗੁਰੂ ਲੋਪੀ, ਗੁਰੂ ਨੂੰ ਅਲੋਪ ਕਰਨ ਵਾਲੇ, ਭਾਵ ਕਿ ਜਿਹਦੇ ਕੋਲੋਂ ਸਿੱਖੀ ਲਈ ਹੈ ਉਹਨੂੰ ਪ੍ਰਗਟ ਨਾ ਕਰਨਾ, ਲੁਕੋ ਲੈਣਾ, ਦੱਸਣਾ ਨਾ ਵੀ ਮੇਰਾ ਗੁਰੂ ਕੌਣ ਹੈ। ਫਿਰ ਗੁਰੂ ਘਰ ਦੇ ਨਾਲ ਗੁੱਸਾ ਕਰਨਾ, ਗੁਰੂ ਘਰ ਦੀ ਨਿੰਦਿਆ ਕਰਨੀ, ਗੁਰਸਿੱਖਾਂ ਦੀ ਨਿੰਦਿਆ ਕਰਨੀ, ਗੁਰਸਿੱਖਾਂ ਦੇ ਨਾਲ ਧਰੋ ਕਮਾਉਣਾ। ਜਿਨ੍ਹਾਂ ਲੋਕਾਂ ਦਾ ਕੰਮ ਸੀ ਉਹਨਾਂ ਦੀ ਕਥਾ ਤੁਹਾਨੂੰ ਸੁਣਾਉਂਦਾ ਹਾਂ। ਮੁਖ ਨਿਆਮਤ ਗੁਰਦਈ ਸਕਿਓ ਨਾ ਸੋ ਪਚਾਏ। ਅਸਲ ਵਿੱਚ ਗੁਰੂ ਸਾਹਿਬ ਜੀ ਨੇ ਮੁਫਤ ਦੀ ਨਿਆਮਤ ਇਹਨਾਂ ਨੂੰ ਦੇ ਦਿੱਤੀ ਸੀ। ਜਿਹੜੀ ਚੀਜ਼ ਮੁਫਤ ਮਿਲਦੀ ਹੈ ਨਾ, ਮਿਹਨਤ ਨਾ ਕਰਨੀ ਪਵੇ, ਮੁਸ਼ੱਕਤ ਤੋਂ ਬਿਨਾਂ ਮਿਲ ਜਾਏ, ਉਹ ਪਚਦੀ ਨਹੀਂ ਬੰਦੇ ਨੂੰ, ਉਹਦੀ ਕਦਰ ਨਹੀਂ ਕਰਦਾ। ਇਹਨਾਂ ਨੂੰ ਵੀ ਮੁਫਤ ਦੀ ਨਿਆਮਤ ਪ੍ਰਾਪਤ ਹੋ ਗਈ ਸੀ, ਤੇ ਜਿਹੜੀ ਦਾਤ ਮਹਾਰਾਜ ਨੇ ਦਿੱਤੀ ਆ ਉਹਨੂੰ ਪਚਾ ਨਹੀਂ ਸਕੇ। ਜਿਸ ਜਲ ਦੇ ਵਿੱਚੋਂ ਕੋਈ ਫਸਲ ਪੈਦਾ ਹੋਵੇ ਤੇ ਉਸੇ ਹੀ ਜਲ ਨੂੰ ਉਹ ਸਾੜਨਾ ਚਾਹੇ, ਇਹ ਤਾਂ ਨਹੀਂ ਨਾ ਹੋ ਸਕਦਾ। ਜੇ ਪਾਣੀ ਵਿੱਚੋਂ ਚਾਵਲ ਪੈਦਾ ਹੋਏ ਨੇ, ਪਾਣੀ ਨੂੰ ਸਾੜ ਨਹੀਂ ਸਕਦੇ, ਪਰ ਪਾਣੀ ਇੰਨੀ ਕੁ ਸਮਰੱਥਾ ਰੱਖਦਾ ਵੀ ਉਹਨੂੰ ਡੁਬੋ ਕੇ ਖਤਮ ਕਰ ਸਕਦਾ।
ਜੇ ਪਾਣੀ ਨੇ ਚਾਵਲ ਪੈਦਾ ਕੀਤੇ ਨੇ ਆਪਣੇ ਵਿੱਚ ਤੇ ਉਹ ਚਾਵਲਾਂ ਨੂੰ ਨਸ਼ਟ ਕਰਨ ਦੀ ਤਾਕਤ ਰੱਖਦਾ ਹੈ। ਜਿਸ ਗੁਰੂ ਨੇ ਪੈਦਾ ਕੀਤਾ, ਪ੍ਰਗਟ ਕੀਤਾ, ਬਖਸ਼ਿਸ਼ਾਂ ਕੀਤੀਆਂ, ਉਹਨੂੰ ਖਤਮ ਕਰਨ ਦਾ ਜਦੋਂ ਕੋਈ ਫੁਰਨਾ ਮਨ ਵਿੱਚ ਧਾਰਨ ਕਰ ਲੈਂਦਾ ਹੈ ਤੇ ਫਿਰ ਉਹਦਾ ਫੁਰਨਾ ਪੂਰਨ ਕਦਾਚਿਤ ਨਹੀਂ ਹੁੰਦਾ। ਹਾਂ, ਗੁਰੂ ਵਿੱਚ ਇੰਨੀ ਸਮਰੱਥਾ ਹੈ ਕਿ ਜਿਹਨੂੰ ਪੈਦਾ ਕਰਦਾ ਉਹਨੂੰ ਮਿਟਾ ਵੀ ਸਕਦਾ ਹੈ। ਭਾਈ ਸਾਹਿਬ ਜੀ ਕਹਿੰਦੇ, ਸਭ ਤੋਂ ਪਹਿਲਾਂ ਮੈਂ ਇਹਨਾਂ ਲੋਕਾਂ ਦੀ ਉਤਪਤੀ ਤੁਹਾਨੂੰ ਸੁਣਾਉਂਦਾ ਹਾਂ, ਬਾਅਦ ਵਿੱਚ ਉਹਨਾਂ ਦੇ ਲੱਛਣ ਵੀ ਦੱਸਾਂਗਾ ਕਿ ਕਰਦੇ ਕੀ ਰਹੇ ਹਨ। ਜੰਡਿਆਲਾ ਨਗਰ ਹੈ, ਪਿੰਡ ਹੈ। ਅੰਮ੍ਰਿਤਸਰ ਸਾਹਿਬ ਨੂੰ ਜਾਂਦਿਆਂ GT ਰੋਡ ਤੇ ਜੰਡਿਆਲਾ ਆਉਂਦਾ ਹੈ ਤੇ ਜੰਡਿਆਲੇ ਪਿੰਡ ਦੇ ਵਿੱਚ ਘਣਗ ਜੱਟ ਰਹਿੰਦੇ ਹਨ ਤੇ ਇਹ ਸੁਲਤਾਨੀਏ ਸਨ, ਪੀਰ ਨੂੰ ਮੰਨਣ ਵਾਲੇ ਲੋਕ ਸਨ। ਇਹਦਾ ਨਾਮ ਸੀ ਹਿੰਦਾਲ। ਹਿੰਦਾਲ ਨਾਮ ਦਾ ਇੱਕ ਪੁਰਸ਼ ਜੰਡਿਆਲੇ ਰਹਿੰਦਾ ਹੈ ਤੇ ਨੰਗ ਭੁੱਖ ਇਹਨੂੰ ਤੰਗ ਕਰਦੀ ਰਹਿੰਦੀ ਹੈ। ਗਰੀਬ ਬਹੁਤਾ ਸੀ ਤੇ ਗੁਜ਼ਾਰਾ ਨਹੀਂ ਸੀ ਹੁੰਦਾ, ਰਿਜ਼ਕ ਨਹੀਂ ਸੀ ਮਿਲਦਾ। ਭਾਈ ਹਿੰਦਾਲ ਨੇ ਸੁਣਿਆ ਕਿ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਲੰਗਰ ਚਲਾਉਂਦੇ ਹਨ। ਉਹਨਾਂ ਦੇ ਘਰ ਦੇ ਵਿੱਚ ਜਾ ਕੇ ਲੋਕ ਪੇਟ ਭਰ ਕੇ ਭੋਜਨ ਛਕਦੇ ਹਨ। ਗਰੀਬ ਜਾਂਦੇ ਨੇ, ਉਹਨਾਂ ਨੂੰ ਸੁੱਖ ਮਿਲਦਾ, ਭੁੱਖਾ ਜਾਂਦਾ ਉਹਨਾਂ ਦੇ ਪੇਟ ਭਰ ਜਾਂਦੇ ਨੇ, ਨਗਨ ਜਾਂਦਾ ਉਹਨੂੰ ਵਸਤਰ ਮਿਲਦੇ ਹਨ। ਉੱਥੇ ਭਾਵੇਂ ਕੋਈ ਜਾ ਕੇ ਟਹਿਲ ਸੇਵਾ ਕਰੇ ਭਾਵੇਂ ਨਾ ਕਰੇ, ਕਿਉਂਕਿ ਸੇਵਾ ਕਰਨੀ ਅੰਦਰ ਦੀ ਭਾਵਨਾ ਹੈ। ਆਪਾਂ ਜ਼ਬਰਦਸਤੀ ਨਾ ਕਿਸੇ ਕੋ ਸੇਵਾ ਨਹੀਂ ਨਾ ਕਰਾ ਸਕਦੇ ਵੀ ਸੇਵਾ ਕਰਿਆ ਕਰ, ਇਹ ਤਾਂ ਅੰਦਰ ਦੀ ਭਾਵਨਾ ਹੈ। ਤੇ ਜੇ ਹੁਣ ਕੋਈ ਜ਼ਬਰਦਸਤੀ ਕਿਸੇ ਕੋਲੋਂ ਸੇਵਾ ਕਰਾਉਣਾ ਚਾਹੇ ਤੇ ਜ਼ਬਰਦਸਤੀ ਸੇਵਾ ਨਹੀਂ ਜੇ ਹੁੰਦੀ। ਇਹਨੂੰ ਮਹਾਰਾਜ ਬਾਣੀ ਵਿੱਚ ਇਸ ਤਰ੍ਹਾਂ ਲਿਖਦੇ ਨੇ, ਬੱਧਾ ਝੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਇਹ ਤਾਂ ਬੱਧਾ ਝੱਟੀ ਹੁੰਦੀ ਹੈ ਨਾ, ਬੱਧਾ ਰੁੱਧਾ ਬੰਦਾ ਕੋਈ ਨਾ ਕੋਈ ਕੰਮ ਕਰ ਲੈਂਦਾ, ਉਹ ਕੋਈ ਸੇਵਾ ਨਹੀਂ ਗਿਣੀ ਜਾਂਦੀ। ਸੇਵਾ ਪ੍ਰੇਮ ਨਾਲ ਹੁੰਦੀ ਹੈ। ਇਸ ਕਰਕੇ ਗੁਰੂ ਘਰ ਦੀ ਮਰਿਆਦਾ ਹੈ ਕਿ ਭਾਵੇਂ ਉੱਥੇ ਕੋਈ ਸੇਵਾ ਕਰੇ ਤੇ ਭਾਵੇਂ ਕੋਈ ਨਾ ਕਰੇ, ਇਹ ਆਪਣੀ ਮਨ ਦੀ ਭਾਵਨਾ ਹੈ। ਤੇ ਜਿਹੜਾ ਵੀ ਲੰਗਰ ਵਿੱਚ ਜਾ ਕੇ ਲੰਗਰ ਛਕ ਲੈਂਦਾ ਹੈ, ਉਹ ਭਾਵੇਂ ਸੇਵਾ ਕਰੇ ਤੇ ਭਾਵੇਂ ਨਾ ਕਰੇ, ਉਹਦੀ ਮਰਜ਼ੀ ਹੈ। ਗੁਰੂ ਘਰ ਦੇ ਵਿੱਚ ਰਿਜ਼ਕ ਦੀ ਕਮੀ ਨਹੀਂ, ਜਿਹੜਾ ਆਉਂਦਾ ਉਹਦਾ ਪੇਟ ਭਰ ਦਿੰਦੇ ਹਨ। ਜਿਹੜਾ ਭਾਈ ਹਿੰਦਾਲ ਸੀ, ਜਦੋਂ ਉਹਨੇ ਇਸ ਪ੍ਰਕਾਰ ਗੁਰੂ ਘਰ ਦੀ ਮਹਿਮਾ ਸੁਣੀ ਤੇ ਜੰਡਿਆਲਾ ਨਗਰ ਛੱਡ ਕੇ, ਗੋਇੰਦਵਾਲ ਸਾਹਿਬ ਨੇੜੇ ਹੀ ਪੈਂਦਾ ਜੰਡਿਆਲੇ ਤੋਂ, ਤੇ ਜੰਡਿਆਲੇ ਤੋਂ ਸ੍ਰੀ ਗੋਇੰਦਵਾਲ ਸਾਹਿਬ ਚਲਾ ਗਿਆ, ਜਿੱਥੇ ਲਾਂਗਰੀ ਸੇਵਾ ਕਰਦੇ ਸਨ। ਤੇ ਉਹਨਾਂ ਲਾਂਗਰੀਆਂ ਵਿੱਚ ਜਾ ਕੇ ਮਿਲ ਗਿਆ ਵੀ ਮੈਂ ਵੀ ਇੱਥੇ ਸੇਵਾ ਕਰਨੀ ਹੈ। ਤੇ ਜਦੋਂ ਜੀ ਕਰਦਾ ਲੰਗਰ ਵਿੱਚ ਜਾ ਕੇ ਬਹਿ ਜਾਣਾ, ਪੇਟ ਭਰ ਕੇ ਖਾ ਲੈਣਾ, ਆਪਣੀ ਭੁੱਖ ਮਿਟਾ ਲੈਣੀ। ਫਿਰ ਸੇਵਾ ਵਿੱਚ ਲੱਗ ਜਾਣਾ, ਆਟਾ ਗੁੰਨਣ ਲੱਗ ਜਾਣਾ, ਚੁੱਲ੍ਹੇ ਤਪਾ ਦੇਣੇ, ਲਾਂਗਰੀਆਂ ਦੀ ਮਦਦ ਕਰ ਦੇਣੀ। ਇੱਕ ਪਾਸੇ ਸੇਵਾ ਕਰੀ ਜਾਣੀ ਤੇ ਦੂਜੇ ਪਾਸੇ ਨਾਲ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲੈਣਾ। ਪਰ ਮਗਜ਼ ਅੰਦਰ ਜਿਹੜਾ ਦਿਮਾਗ ਸੀ ਨਾ, ਉਹਦੇ ਅੰਦਰੋਂ ਜਿਹੜੀ ਸੁਲਤਾਨੀਆਂ ਵਾਲੀ ਬੋ ਨਹੀਂ ਸੀ ਗਈ ਭਾਈ ਹਿੰਦਾਲ ਦੇ। ਭਾਵੇਂ ਉਹ ਸੇਵਾ ਕਰ ਰਹੇ ਸਨ। ਭਾਈ ਕਾਹਨ ਸਿੰਘ ਨਾਭਾ ਨੇ ਅਨਨ ਸ਼ਬਦ ਵਰਤਿਆ ਵੀ ਗੁਰੂ ਸਾਹਿਬ ਦੇ ਅਨਨ ਭਗਤ ਸਨ ਭਾਈ ਹਿੰਦਾਲ। ਹੁਣ ਜਿਨ੍ਹਾਂ ਨੂੰ ਮਹਾਰਾਜ ਨੇ ਪ੍ਰਚਾਰ ਲਈ ਮੰਜੀ ਤੇ ਥਾਪਿਆ ਤੇ ਅਨਨ ਹੀ ਹੋਣਗੇ ਨਾ ਮਹਾਰਾਜ ਦੇ ਸਿੱਖ। ਪਰ ਕਿਤੇ ਨਾ ਕਿਤੇ ਉਹ ਜਿਹੜੀ ਸੁਲਤਾਨੀਆਂ ਵਾਲੀ, ਸਖੀ ਸਰਵਰ ਵਾਲੀ ਬਿਰਤੀ ਸੀ ਨਾ, ਉਹ ਦੂਰ ਨਹੀਂ ਹੋਈ। ਭਾਵੇਂ ਭਾਈ ਹਿੰਦਾਲ ਉੱਥੇ ਸੇਵਾ ਕਰਦੇ ਸਨ। ਅਸਲ ਦੇ ਵਿੱਚ ਸਿੱਖੀ ਦੀ ਜਿਹੜੀ ਰੀਤ ਮਰਿਆਦਾ ਉਹ ਹਿਰਦੇ ਵਿੱਚ ਪੂਰਨ ਤੌਰ 'ਤੇ ਥਾਂ ਨਹੀਂ ਬਣਾ ਸਕੀ, ਕਿਉਂਕਿ ਸਿੱਖੀ ਉਦੋਂ ਅੰਦਰ ਥਾਂ ਬਣਾਉਂਦੀ ਹੈ ਜਦੋਂ ਪਹਿਲਾ ਕਬਾੜ ਅੰਦਰੋਂ ਬਾਹਰ ਕੱਢ ਦਈਏ ਨਾ। ਜਿਵੇਂ ਘਰ ਦੇ ਵਿੱਚ ਨਵਾਂ ਸਮਾਨ ਰੱਖਣਾ ਹੋਵੇ ਤੇ ਪੁਰਾਣਾ ਬਾਹਰ ਕੱਢਣਾ ਪੈਂਦਾ ਹੈ। ਤੇ ਜਦੋਂ ਆਪਾਂ ਇੱਕ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਬੈਠੇ ਆ, ਕਿਸੇ ਦੀ ਸਿੱਖੀ ਧਾਰਨ ਕਰੀ ਬੈਠੇ ਆ, ਤੇ ਜੇ ਗੁਰੂ ਦੀ ਸਿੱਖੀ ਧਾਰਨ ਕਰਨੀ ਹੈ, ਜਿੰਨੀ ਦੇਰ ਤੱਕ ਉਹ ਨਹੀਂ ਨਾ ਛੱਡਦੇ ਸਿੱਖੀ, ਉਨੀ ਦੇਰ ਤੱਕ ਗੁਰੂ ਦੀ ਸਿੱਖੀ ਹਿਰਦੇ ਵਿੱਚ ਨਹੀਂ ਆ ਕੇ ਟਿਕਦੀ।
ਸੋ ਇਸ ਕਰਕੇ ਭਾਈ ਹਿੰਦਾਲ ਦੇ ਮਨ ਦੇ ਅੰਦਰ ਕਿਤੇ ਨਾ ਕਿਤੇ ਉਹ ਸੁਲਤਾਨੀਆਂ ਵਾਲੀ ਬੋ ਗਈ ਨਹੀਂ ਤੇ ਸਿੱਖੀ ਪੂਰਨ ਤੌਰ ਤੇ ਹਿਰਦੇ ਵਿੱਚ ਟਿਕ ਨਾ ਸਕੀ। ਭਾਈ ਗੁਰੂ ਦੀ ਸਿੱਖੀ ਜ਼ਿਗਰ ਅੰਦਰ ਹਿਰਦੇ ਵਿੱਚ ਉਦੋਂ ਹੀ ਆ ਕੇ ਟਿਕਦੀ ਹੈ। ਸਾਧ ਸੰਗਤ ਜੀ ਸ਼ਸਤਰ ਹੁੰਦਾ ਹੈ ਨਾ, ਜੇ ਜਰ ਲੱਗੀ ਹੋਵੇ ਸ਼ਸਤਰ ਨੂੰ ਤੇ ਕਹਿੰਦੇ ਰੇਗ ਮਾਰ ਮਾਰ ਕੇ ਇੱਕ ਮਸਕਲਨ ਪੁਰਾਣੇ ਸਮੇਂ ਵਿੱਚ ਇੱਕ ਤਰ੍ਹਾਂ ਦੀ ਵਸਤੂ ਹੁੰਦੀ ਸੀ ਰੇਗ ਮਾਰ ਦੇ ਵਾਂਗੂ, ਜਿਹਦੇ ਨਾਲ ਸ਼ਸਤਰ ਸਾਫ਼ ਕੀਤੇ ਜਾਂਦੇ ਸਨ ਤੇ ਜਰ ਉਤਾਰੀ ਜਾਂਦੀ ਸੀ ਉਹਨਾਂ ਦੀ। ਜਦੋਂ ਰੇਗ ਮਾਰ ਮਾਰੀਏ ਤੇ ਜਰ ਉਤਰ ਜਾਂਦੀ ਹੈ ਤੇ ਲੋਹਾ ਚਮਕ ਜਾਂਦਾ ਹੈ। ਇਨ ਬਿਨ ਇਸੇ ਪ੍ਰਕਾਰ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਬਾਣੀ ਪੜ੍ਹ ਕੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਜੈਸੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤਸਰ ਨਹਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਵਾਹਿਗੁਰੂ ਵਾਹਿਗੁਰੂ ਜਪਦਾ ਤੇ ਨਾਲ ਫਿਰ ਦਿਨ ਚੜ੍ਹੇ ਗੁਰਬਾਣੀ ਗਾਉਂਦਾ ਗੁਰੂ ਕੀ। ਜਿਹੜੇ ਇਹ ਮਰਿਆਦਾ ਨੂੰ ਧਾਰਨ ਕਰ ਲੈਂਦੇ ਉਹ ਹੌਲੀ ਹੌਲੀ ਆਪਣੇ ਹਿਰਦੇ ਨੂੰ ਲਿਸ਼ਕਾ ਲੈਂਦੇ ਨੇ ਤੇ ਜਿਨ੍ਹਾਂ ਦਾ ਹਿਰਦਾ ਪਵਿੱਤਰ ਹੋ ਜਾਏ ਉਹ ਪਵਿੱਤਰ ਹਿਰਦੇ ਵਿੱਚ ਆ ਕੇ ਸਿੱਖੀ ਟਿਕਦੀ ਹੈ। ਆਪਾਂ ਜਿੰਨੇ ਕਰਮ ਕਰਦੇ ਆ ਨਾ ਵੀ ਸਤ ਸੰਗਤ ਕਰਨੀ, ਬਾਣੀ ਪੜ੍ਹਨੀ, ਇਹ ਆਪਾਂ ਭਾਂਡਾ ਬਣਾ ਰਹੇ ਆ। ਚਲੋ ਅੰਮ੍ਰਿਤਪਾਨ ਕਰ ਲਿਆ, ਗੁਰੂ ਕੇ ਸਿੱਖ ਬਣ ਗਏ ਆਪਾਂ, ਪਰ ਹਲੇ ਸਿੱਖੀ ਅੰਦਰ ਨਹੀਂ ਟਿਕੀ ਤੇ ਇਹ ਕਰਮ ਤਾਂ ਹੀ ਕਰ ਰਹੇ ਆ ਕਿ ਸਿੱਖੀ ਹਿਰਦੇ ਵਿੱਚ ਟਿਕ ਜਾਏ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਸਿੱਖੀ ਟਿਕ ਜਾਏ ਉਹ ਤਾਂ ਮੁਕਤ ਹੋ ਜਾਂਦੇ ਨੇ। ਸਿੱਖੀ ਐਡੀ ਬਲਵਾਨ ਮਨੁੱਖ ਦਾ ਭਲਾ ਕਰ ਦਿੰਦੀ ਹੈ। ਸੋ ਇਸ ਕਰਕੇ ਜਿਨ੍ਹਾਂ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੇ ਹਿਰਦੇ ਵਿੱਚ ਭਾਈ ਸਿੱਖੀ ਰਚ ਜਾਂਦੀ, ਵਸ ਜਾਂਦੀ ਹੈ। ਸੋ ਇਸ ਪ੍ਰਕਾਰ ਭਲੇ ਸਮੇਂ ਭਾਈ ਹਿੰਦਾਲ ਆਪਣੇ ਘਰੋਂ ਚੱਲ ਕੇ ਗੋਇੰਦਵਾਲ ਸਾਹਿਬ ਆ ਗਿਆ ਹੈ। ਕਹਿੰਦੇ ਮੁਖਤ ਦਾ ਝਾਕਾ ਹੀ ਪੈ ਗਿਆ ਉਹਦੇ ਤੇ ਮਹਾਰਾਜ ਦਾ, ਭਾਵ ਕਿ ਜਦੋਂ ਭਾਈ ਹਿੰਦਾਲ ਆਇਆ ਨਾ ਤੇ ਗੁਰੂ ਅਮਰਦਾਸ ਮਹਾਰਾਜ ਦੀ ਨਿਗਾਹ ਪੈ ਗਈ ਉਹਦੇ ਉੱਤੇ। ਗੁਰੂ ਦੀ ਨਿਗਾਹ ਵਿੱਚ ਅੰਮ੍ਰਿਤ ਵਰਸਦਾ ਹੈ, ਗੁਰੂ ਦੀ ਨਜ਼ਰ ਵਿੱਚ ਅੰਮ੍ਰਿਤ ਵਰਸਦਾ ਹੈ ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿਸੇ ਉੱਪਰ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਮਨੁੱਖ ਦੇ ਜਿਹੜੇ ਪਾਪ ਨੇ ਉਹ ਧੋਤੇ ਜਾਂਦੇ ਨੇ। ਤੇ ਭਾਈ ਜਿਹੜਾ ਹਿੰਦਾਲ ਸੀ, ਭਾਈ ਹਿੰਦਾਲ ਦੇ ਉੱਤੇ ਸਤਿਗੁਰਾਂ ਦੀ ਨਜ਼ਰ ਹੋਈ ਤੇ ਨਜ਼ਰ ਹੋਣ ਮਾਤਰ ਦੇ ਨਾਲ ਹੀ ਉਹਦੇ ਜਿੰਨੇ ਪਾਪ ਸਨ ਉਹ ਸਾਰੇ ਪਾਪ ਧੁੱਲ ਗਏ ਹਨ। ਇਸ ਤਰ੍ਹਾਂ ਕਹਿ ਲਓ ਵੀ ਭਾਈ ਰਤਨ ਸਿੰਘ ਨੇ ਸ਼ਬਦ ਵਰਤਿਆ ਝਾਕਾ। ਇਹਦਾ ਭਾਵ ਹੈ ਕਿ ਮਹਾਰਾਜ ਸਤਿਗੁਰੂ ਜੀ ਲੰਘ ਰਹੇ ਸਨ ਤੇ ਭਾਈ ਹਿੰਦਾਲ ਸਨਮੁਖ ਸਨ ਤੇ ਗੁਰੂ ਸਾਹਿਬ ਦੀ ਨਜ਼ਰ ਪੈ ਗਈ। ਇਹਨੂੰ ਮਹਾਰਾਜ ਨੇ ਇਸ ਤਰ੍ਹਾਂ ਬਿਆਨ ਕੀਤਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਕਟਾਖ ਕਿਹਨੂੰ ਕਹਿੰਦੇ ਨੇ? ਤਿਰਛਾ ਵੇਖਣਾ, ਰੁੱਤੀ ਮਾਤਰ ਨਿਮਖ ਜਿਹਾ ਵੇਖਣਾ। ਮਹਾਰਾਜ ਨੇ ਕਟਾਕਸ਼ ਮਾਤਰ ਜਦੋਂ ਵੇਖਿਆ ਨਾ, ਕਿਰਪਾ ਕਟਾਖ ਅਵਲੋਕਨ ਕੀਨੋ, ਕਿਰਪਾ ਦੇ ਕਟਾਕਸ਼ ਦੇ ਨਾਲ ਜਦੋਂ ਵੇਖਿਆ ਭਾਈ ਹਿੰਦਾਲ ਦੇ ਵੱਲ, ਦਾਸ ਕਾ ਦੁਖ ਵਿਦਾਰਿਓ, ਉਹਦੇ ਸਾਰੇ ਦੁੱਖ ਨਾਸ਼ ਕਰ ਦਿੱਤੇ। ਤੇ ਭਾਈ ਸਾਹਿਬ ਜੀ ਨੇ ਸ਼ਬਦ ਵਰਤਿਆ, ਮੁਖਤ ਝਾਕ ਸ੍ਰੀ ਸਤਿਗੁਰ ਲਾਇਆ। ਮੁਖਤ ਦੀ ਝਾਕ ਜਿਹੜੀ ਸੀ ਨਾ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਹਿੰਦਾਲ ਦੇ ਉੱਪਰ ਕਰ ਦਿੱਤੀ ਤੇ ਇੱਕ ਛਿਨ ਵਿੱਚ ਉਹਨੂੰ ਨਿਹਾਲ ਕਰ ਦਿੱਤਾ ਹੈ। ਪਰ ਕਹਿੰਦੇ ਕਿ ਸਤਿਗੁਰਾਂ ਦੀ ਉਹ ਦ੍ਰਿਸ਼ਟੀ ਇਤਨੀ ਕੁ ਪ੍ਰਤਾਪੀ ਸੀ ਕਿ ਭਾਈ ਹਿੰਦਾਲ ਉਹਨੂੰ ਜਰ ਨਹੀਂ ਸਕਿਆ, ਕਿਉਂਕਿ ਹਲੇ ਭਾਂਡਾ ਨਹੀਂ ਸੀ ਬਣਿਆ। ਕਿਰਪਾ ਤਾਂ ਮਹਾਰਾਜ ਨੇ ਕਰ ਦਿੱਤੀ ਪਰ ਭਾਂਡਾ ਨਾ ਹੋਣ ਦੀ ਵਜ੍ਹਾ ਕਰਕੇ ਉਹਨੂੰ ਜਰ ਨਹੀਂ ਸਕਿਆ। ਸਾਧ ਸੰਗਤ ਜੀ ਸਿਆਣੇ ਕਹਿੰਦੇ ਨੇ ਵੀ ਸ਼ੇਰਨੀ ਦਾ ਦੁੱਧ ਜਿਹੜਾ ਹੈ ਨਾ ਉਹ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ ਆ। ਜੇ ਆਪਾਂ ਸ਼ੇਰਨੀ ਦਾ ਦੁੱਧ ਕਿਸੇ ਹੋਰ ਭਾਂਡੇ 'ਚ ਪਾ ਦਿਆਂਗੇ ਨਾ, ਛੇਕ ਹੋ ਜਾਂਦੇ, ਸਰਾਖ ਹੋ ਜਾਂਦੇ ਨੇ। ਤੇ ਉਹਨੂੰ ਸ਼ੇਰਨੀ ਦਾ ਦੁੱਧ ਟਿਕਾਉਣ ਵਾਸਤੇ ਪਹਿਲਾਂ ਸੋਨੇ ਦਾ ਭਾਂਡਾ ਚਾਹੀਦਾ। ਤੇ ਇੱਕ ਵੱਡੀ ਮੁਸੀਬਤ ਹੋਰ ਵੀ ਹੈ ਵੀ ਸ਼ੇਰਨੀ ਦਾ ਦੁੱਧ ਚੋਣਾ ਕਿਹਨੇ ਆ ਜਾ ਕੇ, ਔਖੀ ਗੱਲ ਹੈ ਨਾ। ਸ਼ੇਰਨੀ ਦਾ ਦੁੱਧ ਚੋਣਾ ਔਖੀ ਗੱਲ ਹੈ। ਫਿਰ ਜੇ ਕਿਸੇ ਨੇ ਮਿਹਨਤ ਕਰਕੇ ਚੋ ਵੀ ਲਿਆ ਤੇ ਫਿਰ ਭਾਂਡਾ ਵੀ ਸੋਨੇ ਦਾ ਚਾਹੀਦਾ। ਸੋ ਇਸ ਪ੍ਰਕਾਰ ਪਰਮੇਸ਼ਰ ਦਾ ਨਾਮ, ਗੁਰੂ ਕੀ ਸਿੱਖੀ ਕਮਾਉਣੀ ਬੜੀ ਕਠਿਨ ਹੈ। ਜੇ ਕਿਸੇ ਨੂੰ ਦਾਤ ਮਿਲ ਜਾਏ ਨਾ ਫਿਰ ਉਹਨੂੰ ਟਿਕਾਣਾ ਔਖਾ ਹੋ ਜਾਂਦਾ ਹੈ।
ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਹੰਦਾਲ ਤੇ ਕਿਰਪਾ ਤਾਂ ਕਰ ਦਿੱਤੀ, ਪਰ ਜਰ ਨਾ ਸਕਿਆ। ਅਜਰ ਨੂੰ ਜਰਨਾ ਬੜਾ ਔਖਾ ਹੈ। ਇੱਕ ਦਿਨ ਉੱਠ ਸ੍ਰੀ ਸਤਿਗੁਰੂ ਗਏ ਸੋ ਲੰਗਰ ਦਾਏ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਸੁਤੇ ਸਿੱਧ ਆਪਣੇ ਦੀਵਾਨਾਂ 'ਚੋਂ ਉੱਠੇ ਤੇ ਜਿੱਥੇ ਲੰਗਰ ਤਿਆਰ ਹੁੰਦਾ ਸੀ, ਸੰਗਤਾਂ ਸੇਵਾ ਕਰ ਰਹੀਆਂ ਸਨ, ਮਹਾਰਾਜ ਗੁਰੂ ਕੇ ਲੰਗਰਾਂ ਦੇ ਵਿੱਚ ਚਲੇ ਗਏ ਹਨ। ਜਿੰਨੇ ਵੀ ਲਾਂਗਰੀ ਸਿੱਖ ਸਨ, ਜਦੋਂ ਉਹਨਾਂ ਨੇ ਵੇਖਿਆ ਸਤਿਗੁਰੂ ਜੀ ਆ ਗਏ, ਸਾਰੇ ਸਿੱਖ ਉੱਠੇ, ਸਭ ਨੇ ਆ ਕੇ ਚਰਨਾਂ ਤੇ ਨਮਸਕਾਰ ਕੀਤੀ ਤੇ ਭਾਈ ਹਿੰਦਾਲ ਸੇਵਾ ਕਰਦਾ ਸੀ, ਉਹ ਵੀ ਉੱਠ ਕੇ ਆ ਗਏ ਹਨ। ਸਾਰੇ ਗੁਰਸਿੱਖਾਂ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਹੱਥ ਲਾਇਆ ਹੈ ਤੇ ਭਾਈ ਹਿੰਦਾਲ ਨਾਲ ਆਟਾ ਗੁੰਨਦਾ ਪਿਆ ਸੀਗਾ ਤੇ ਹੱਥ ਜਿਹੜੇ ਆਟੇ ਨਾਲ ਲਿਬੜੇ ਹੋਏ ਸਨ। ਜਦੋਂ ਹੁਣ ਨਮਸਕਾਰ ਕਰਨ ਦੀ ਵਾਰੀ ਆਈ ਤੇ ਹਿਰਦੇ ਵਿੱਚ ਸੋਚਣ ਲੱਗ ਪਏ, ਵਿਚਾਰ ਕਰਨ ਲੱਗ ਪਏ ਹਨ। ਸੋਚਣ ਲੱਗੇ ਵੀ ਜੇ ਧਰਤੀ ਤੇ ਹੱਥ ਲਾਵਾਂ ਤੇ ਆਟੇ ਨੂੰ ਮਿੱਟੀ ਲੱਗੇਗੀ, ਤੇ ਜਾਂ ਫਿਰ ਸਤਿਗੁਰਾਂ ਦੇ ਚਰਨ, ਜਦੋਂ ਸਤਿਗੁਰਾਂ ਦੇ ਚਰਨ ਮੈਂ ਜਦੋਂ ਸਪਰਸ਼ ਕਰਾਂਗਾ ਨਾ ਹੱਥਾਂ ਦੇ ਨਾਲ, ਤੇ ਮਹਾਰਾਜ ਦੇ ਚਰਨਾਂ ਨੂੰ ਆਟਾ ਲੱਗ ਜਾਏਗਾ ਤੇ ਜਿਹੜੇ ਚਰਨ ਨੇ ਉਹ ਇਉਂ ਕਹਿ ਲਓ ਵੀ ਅਪਵਿੱਤਰ ਹੋ ਜਾਣਗੇ, ਫਿਰ ਇਸ਼ਨਾਨ ਕਰਾਉਣਾ ਪਏਗਾ ਚਰਨਾਂ ਨੂੰ। ਸੋ ਇਸ ਕਰਕੇ ਆਟਾ ਹੱਥਾਂ ਨੂੰ ਲੱਗਿਆ, ਇਹਨੂੰ ਮਿੱਟੀ ਨਾ ਲੱਗ ਜਾਏ ਤੇ ਦੂਜਾ ਇਹ ਆਟਾ ਮਹਾਰਾਜ ਦੇ ਚਰਨਾਂ ਨੂੰ ਨਾ ਲੱਗ ਜਾਏ। ਇਹ ਸੋਚ ਜਿਹੜੀ ਭਾਈ ਹਿੰਦਾਲ ਦੇ ਹਿਰਦੇ ਵਿੱਚ ਪੈਦਾ ਹੋ ਗਈ। ਉਹਨਾਂ ਹੱਥ ਜੋੜੇ ਤੇ ਉਸ ਤੋਂ ਬਾਅਦ ਆਪਣੇ ਹੱਥ ਨਾ ਪਿਛਲੇ ਪਾਸੇ ਪਿੱਠ ਦੇ ਉੱਪਰ, ਲੱਕ ਦੇ ਉੱਪਰ ਕਰ ਲਏ ਹਨ। ਉਹਨਾਂ ਨੇ ਇਸ ਤਰ੍ਹਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਸੀਸ ਝੁਕਾ ਦਿੱਤਾ। ਆਪਣੇ ਹੱਥ ਪਿੱਛੇ ਲੱਕ ਤੇ ਕਰਕੇ ਨਮਸਕਾਰ ਕਰਨੀ ਬੜੀ ਔਖੀ ਹੁੰਦੀ ਹੈ, ਪਰ ਭਾਈ ਹਿੰਦਾਲ ਨੇ ਨਵੇਂ ਤਰੀਕੇ ਨਾਲ ਆਪਣੇ ਹਰ ਹੱਥ ਪਿੱਠ ਪਿੱਛੇ ਕਰਕੇ ਤੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਨਮਸਕਾਰ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਵੇਖਿਆ, ਸਿੱਖ ਦੇ ਚਿੱਤ ਦੀ ਸੋਚ ਵੇਖੀ ਤੇ ਸਤਿਗੁਰੂ ਬੜੇ ਪ੍ਰਸੰਨ ਹੋਏ ਹਨ। ਹਜ਼ੂਰ ਨੇ ਆਪਣੇ ਪਾਵਨ ਪਵਿੱਤਰ ਜਿਹੜੇ ਨੇਤਰ ਸਨ, ਲੋਚਨ ਕਮਲ ਸਨ, ਆਪਣੇ ਸਿੱਖ ਦੇ ਵੱਲ ਕੀਤੇ ਹਨ। ਸਤਿਗੁਰੂ ਮਹਾਰਾਜ ਜੀ ਉਹਦੀ ਇਤਨੀ ਕੁ ਸੋਚ ਤੇ ਹੀ ਨਿਹਾਲ ਹੋ ਗਏ। ਸੇਵਾ ਵੇਖੀ, ਉਹਦੀ ਭਾਵਨਾ ਵੇਖੀ ਨਾ, ਹਾਲਾਂਕਿ ਬਹੁਤਾ ਸਮਾਂ ਤਾਂ ਹੋਇਆ ਨਹੀਂ ਸੀ ਸੇਵਾ ਕਰਦਿਆਂ, ਬਸ ਇੰਨੀ ਕੁ ਗੱਲ ਤੋਂ ਹੀ ਖੁਸ਼ ਹੋ ਗਏ ਜਦੋਂ ਸਿੱਖ ਨੇ ਪ੍ਰੇਮ ਨਾਲ ਨਮਸਕਾਰ ਕੀਤੀ ਹੈ। ਸਤਿਗੁਰਾਂ ਨੇ ਆਪਣੇ ਪਾਵਨ ਪਵਿੱਤਰ ਨੇਤਰਾਂ ਦੇ ਨਾਲ ਕਿਰਪਾ ਦ੍ਰਿਸ਼ਟੀ ਕੀਤੀ ਭਾਈ ਹਿੰਦਾਲ ਉੱਪਰ ਤੇ ਨਦਰੀ ਨਦਰ ਨਿਹਾਲ ਕਰ ਦਿੱਤਾ ਹੈ। ਇੱਕ ਛੋਟੀ ਜੀ ਸੋਚ ਤੋਂ ਭਾਈ ਹਿੰਦਾਲ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚੋਂ ਵੱਡੀ ਮੌਜ ਪ੍ਰਾਪਤ ਕਰ ਲਈ ਹੈ। ਭਾਈ ਰਤਨ ਸਿੰਘ ਜੀ ਕਹਿੰਦੇ, ਸਿੱਖੋ ਇਉਂ ਸਮਝ ਲਓ ਕਿ ਭਾਈ ਹਿੰਦਾਲ ਨੂੰ ਮੁਖ ਦੀ ਨਿਆਮਤ ਪ੍ਰਾਪਤ ਹੋ ਗਈ। ਭਾਵ ਬਹੁਤੀ ਮਿਹਨਤ ਨਹੀਂ ਕਰਨੀ ਪਈ, ਥੋੜੀ ਜੀ ਸੇਵਾ ਕਰਕੇ ਵੱਡੀਆਂ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੋ ਗਈਆਂ ਹਨ। ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਪਾਸੋਂ ਕਹਿੰਦੇ ਮੁਕਤ ਨਿਆਮਤ ਹੱਥ ਵਿੱਚ ਆਈ ਹੈ। ਜਦੋਂ ਮੁਕਤ ਦੀ ਨਿਆਮਤ ਮਿਲੇ ਨਾ, ਤੇ ਜੇ ਭਾਂਡਾ ਚੰਗਾ ਹੋਵੇ ਤੇ ਬੰਦਾ ਉਹਨੂੰ ਪਚਾ ਲੈਂਦਾ। ਦੇਖੋ ਕੁਦਰਤੀ ਗੱਲ ਹੈ ਕਿ ਜੇ ਤੁਹਾਨੂੰ ਬਾਹਰ ਸੰਸਾਰ ਦੇ ਵਿੱਚੋਂ ਵੀ ਜਿਹੜੀ ਚੀਜ਼ ਮੁਫਤ ਮਿਲ ਜਾਂਦੀ ਹੈ ਨਾ, ਵੀ ਜਿਹੜੀ ਤੁਸੀਂ ਆਪਣੀ ਮਿਹਨਤ ਦੇ ਨਾਲ ਨਹੀਂ ਕਮਾਈ, ਤੇ ਜੇ ਤੁਸੀਂ ਉਹਨੂੰ ਸਾਂਭਦੇ ਨਹੀਂ ਤੇ ਉਹ ਇਦਾਂ ਹੀ ਵਿਅਰਥ ਚਲੀ ਜਾਂਦੀ ਹੈ। ਪਿਓ ਨੇ ਬੜੀ ਮਿਹਨਤ ਕਰਕੇ ਪੈਸਾ ਕਮਾਇਆ, 4 ਪੈਸੇ ਇਕੱਠੇ ਹੋ ਗਏ ਤੇ ਪੁੱਤਰ ਨਖੱਟੂ ਹੋ ਜਾਂਦਾ, ਅੱਗੇ ਉਜਾੜ ਦਿੰਦਾ ਨਾ, ਕਿਉਂ ਨਹੀਂ, ਕਿਹੜਾ ਮਿਹਨਤ ਕੀਤੀ ਹੁੰਦੀ ਹੈ। ਜਿਹਨੇ ਖੂਨ ਪਸੀਨੇ ਦੀ ਕਮਾਈ ਨਾਲ ਪੈਸਾ ਕਮਾਇਆ, ਉਹਨੂੰ ਪੈਸੇ ਦੀ ਕਦਰ ਹੁੰਦੀ ਹੈ। ਤੇ ਜਿਹਨੇ ਸਾਰਾ ਕੁਝ ਮੁਫਤ ਵਿੱਚ ਲਿਆ, ਘਰ ਵੀ ਬਣਿਆ ਬਣਾਇਆ ਮਿਲਿਆ, 4 ਪੈਸੇ ਵੀ ਅਕਾਊਂਟ ਦੇ ਵਿੱਚ ਪਿਤਾ ਦੇ ਮਿਲ ਗਏ, ਉਹਨੂੰ ਫਿਰ ਕਦਰ ਨਹੀਂ ਨਾ ਹੁੰਦੀ ਉਸ ਚੀਜ਼ ਦੀ, ਬੇਕਦਰਾ ਹੋ ਜਾਂਦਾ ਬੰਦਾ। ਦੁਨੀਆ ਵਿੱਚ ਕੋਈ ਵੀ ਮੁਫਤ ਮਿਲੀ ਹੋਈ ਜਿਹੜੀ ਚੀਜ਼ ਹੈ, ਉਹ ਚੀਜ਼ ਮਨੁੱਖ ਨੂੰ ਆਲਸੀ ਬਣਾ ਦਿੰਦੀ ਹੈ ਤੇ ਵਿਕਾਰੀ ਬਣਾ ਦਿੰਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਜਿਤਨੀ ਦੇਰ ਤੱਕ ਭਾਂਡਾ ਨਾ ਹੋਵੇ ਤੇ ਉਹਨੂੰ ਪਚਾਇਆ ਨਹੀਂ ਜਾ ਸਕਦਾ, ਤੇ ਜਦੋਂ ਭਾਂਡਾ ਹੋਵੇ ਤੇ ਉਹ ਚੀਜ਼ ਫਿਰ ਪਚ ਜਾਂਦੀ ਹੈ।
ਕੱਚਾ ਭਾਂਡਾ ਹੋਵੇ ਨਾ, ਕੱਚਾ ਘੜਾ ਹੋਵੇ ਤੇ ਉਹਦੇ ਵਿੱਚ ਬਹੁਤੀ ਦੇਰ ਪਾਣੀ ਨਹੀਂ ਖੜਦਾ। ਜੇ ਕੱਚਾ ਘੜਾ ਹੈ ਉਹਦੇ ਵਿੱਚ ਪਾਣੀ ਪਾ ਲਿਆ, ਭਾਈ ਸਾਹਿਬ ਜੀ ਕਹਿੰਦੇ ਲੱਖਾਂ ਢੰਗ ਤਰੀਕੇ ਵਰਤ ਲਓ, ਪਾਣੀ ਖੜਨਾ ਹੀ ਨਹੀਂ ਉਹਦੇ ਵਿੱਚ। ਕਾਚਾ ਕਰਵੈ ਰਹਿ ਨਾ ਪਾਣੀ। ਭਗਤ ਕਬੀਰ ਜੀ ਵੀ ਕਹਿੰਦੇ ਵੀ ਕੱਚਾ ਜਿਹੜਾ ਭਾਂਡਾ ਹੈ ਨਾ ਉਹਦੇ ਵਿੱਚ ਕਦੇ ਪਾਣੀ ਖੜਦਾ ਨਹੀਂ, ਉਹਨੇ ਗਲ ਜਾਣਾ ਭਾਂਡੇ ਨੇ ਤੇ ਪਾਣੀ ਰੁੜ ਜਾਣਾ ਹੈ। ਸੋ ਇਸ ਪ੍ਰਕਾਰ ਕੱਚੇ ਹਿਰਦੇ ਦੇ ਵਿੱਚ ਸਿੱਖੀ ਨਹੀਂ ਟਿਕਦੀ ਤੇ ਗੁਰੂ ਦੀ ਬਖਸ਼ਿਸ਼ੀ ਕੀਤੀ ਹੋਈ ਦਾਤ ਨਹੀਂ ਟਿਕ ਸਕਦੀ। ਸਾਧ ਸੰਗਤ ਜੀ ਕੋਈ ਵਿਰਲਾ ਹੀ ਗੈਰ ਗੰਭੀਰ ਪੁਰਸ਼ ਹੁੰਦਾ ਹੈ ਜਿਹਨੂੰ ਮੁਕਤ ਦੀ ਨਿਆਮਤ ਮਿਲ ਜਾਏ ਤੇ ਉਹਨੂੰ ਟਿਕਾ ਕਰਕੇ ਹਿਰਦੇ ਵਿੱਚ ਰੱਖ ਲਵੇ। ਇਸ ਤਰ੍ਹਾਂ ਭਾਈ ਸੋਨੇ ਦੇ ਕਟੋਰੇ ਤੋਂ ਬਿਨਾਂ ਸ਼ੇਰਨੀ ਦਾ ਦੁੱਧ ਕਦੇ ਉਹਦੇ ਵਿੱਚ ਨਹੀਂ ਟਿਕਦਾ। ਜਿੰਨੀ ਦੇਰ ਤੱਕ ਹਿਰਦੇ ਦੀ ਸ਼ੁੱਧਤਾ ਨਹੀਂ ਹੁੰਦੀ ਤੇ ਜਿਹੜੀ ਮੁਕਤ ਦੀ ਨਿਆਮਤ ਉਹ ਵੀ ਨਹੀਂ ਟਿਕਦੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਸੰਨ ਹੋਏ ਜੀ। ਭਾਈ ਹੰਦਾਲ ਨੇ ਸੇਵਾ ਕੀਤੀ। ਹਜ਼ੂਰ ਨੇ ਸਿੱਖੀ ਦਾ ਪ੍ਰਚਾਰਕ ਥਾਪਿਆ ਭਾਈ ਹੰਦਾਲ ਨੂੰ। 22 ਮੰਜੀਆਂ ਵਿੱਚੋਂ ਇੱਕ ਮੰਜੀ ਭਾਈ ਹੰਦਾਲ ਨੂੰ ਸਤਿਗੁਰਾਂ ਨੇ ਦਿੱਤੀ ਕਿ ਆਪਣੇ ਇਲਾਕੇ ਵਿੱਚ ਜਾ ਕੇ ਸਿੱਖੀ ਦਾ ਤੁਸੀਂ ਪ੍ਰਚਾਰ ਕਰੋ। ਦਈ ਸੰਗਤ ਸ੍ਰੀ ਗੁਰ ਤੇ ਲਾਏ, ਸਤਿਗੁਰਾਂ ਨੇ ਉਹਨਾਂ ਦੀ ਇਲਾਕੇ ਦੀ ਸੰਗਤ ਉਹਨਾਂ ਦੇ ਨਾਲ ਜੋੜ ਦਿੱਤੀ ਹੈ। ਜੰਡਿਆਲੇ ਦੇ 4 ਚਫੇਰੇ ਕਰੀਬਨ 30 ਕੁ ਪਿੰਡ ਪੈਂਦੇ ਸਨ ਤੇ ਉਹ 30 ਪਿੰਡਾਂ ਦਾ ਇਹਨੂੰ ਪ੍ਰਚਾਰਕ ਥਾਪ ਦਿੱਤਾ ਕਿ ਇਹਨਾਂ ਪਿੰਡਾਂ ਵਿੱਚ ਜਾ ਕੇ ਤੂੰ ਸਿੱਖੀ ਦਾ ਪ੍ਰਚਾਰ ਕਰਨਾ ਹੈ। ਸਤਿਗੁਰੂ ਕਹਿੰਦੇ ਜਿਵੇਂ ਤੂੰ ਸਾਨੂੰ ਨਮਸਕਾਰ ਕੀਤੀ ਹੈ ਨਾ, ਤੂੰ ਭਾਵੇਂ ਇਸੇ ਤੌਰ ਤਰੀਕੇ ਨਾਲ ਆਪ ਵੀ ਮੱਥਾ ਟਿਕਾ ਲਵੇਂ ਤੇ ਇਸੇ ਹੀ ਤਰੀਕੇ ਦੇ ਨਾਲ ਤੂੰ ਆ ਕੇ ਸਾਨੂੰ ਨਮਸਕਾਰ ਕਰਨੀ ਹੈ। ਜਿਹੜੇ ਨਵੇਂ ਤਰੀਕੇ ਨਾਲ ਹੁਣ ਨਮਸਕਾਰ ਕੀਤੀ ਹੈ, ਇਦਾਂ ਹੀ ਆ ਕੇ ਤੂੰ ਸਾਨੂੰ ਨਮਸਕਾਰ ਕਰਨੀ ਹੈ। ਪਰ ਭਾਈ ਹੰਦਾਲ ਇੱਕ ਗੱਲ ਚੇਤੇ ਰੱਖੀ, ਮਤਾ ਇਹ ਨਾ ਹੋਵੇ ਵੀ ਆਪ ਗੁਰੂ ਬਣ ਕੇ ਬਹਿ ਜਾਏ। ਇਹ ਗਲਤੀ ਨਾ ਕਰੀ। ਤੈਨੂੰ ਪ੍ਰਚਾਰਕ ਥਾਪਿਆ, ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਗੁਰੂ ਕਾ ਪ੍ਰੇਮੀ ਬਣਾ ਕੇ ਤੈਨੂੰ ਅਸਾਂ ਇਹ ਮੰਜੀ ਬਖਸ਼ਿਸ਼ ਕੀਤੀ ਹੈ, ਇਹ ਜਗ੍ਹਾ ਬਖਸ਼ਿਸ਼ ਕੀਤੀ ਹੈ। ਤੇ ਕਿਤੇ ਇਹ ਨਾ ਹੋਵੇ ਕਿ ਤੈਨੂੰ ਮਾਣ ਹੋ ਜਾਏ ਕਿ ਮੈਂ ਗੁਰੂ ਬਣ ਗਿਆ, ਆਪਣੇ ਆਪ ਗੁਰੂ ਨਹੀਂ ਬਣਨਾ। ਫਿਰ ਯਾਦ ਰੱਖੀ ਭਾਈ ਹੰਦਾਲ, ਜੇ ਗੁਰੂ ਬਣ ਗਿਆ ਫਿਰ ਸਿੱਖੀ ਵਾਲੇ ਪਾਸਿਓਂ ਜਾਏਗਾ। ਫਿਰ ਤੈਨੂੰ ਨਾ ਇੱਥੇ ਢੋਈ ਮਿਲਣੀ ਤੇ ਨਾ ਦਰਗਾਹ ਵਿੱਚ ਢੋਈ ਮਿਲਣੀ ਹੈ। ਇਸ ਕਰਕੇ ਭਾਈ ਤੂੰ ਜਾ ਕੇ ਗੁਰੂ ਦਾ ਜਾਪ ਜਿਹੜਾ ਸਾਰੀ ਸੰਗਤ ਨੂੰ ਜਪਾਉਣਾ ਹੈ। ਵਾਹਿਗੁਰੂ ਧੰਨ ਹੈ, ਗੁਰੂ ਧੰਨ ਹੈ, ਵਾਹਿਗੁਰੂ ਵਾਹਿਗੁਰੂ ਆਪ ਜਪਣਾ ਤੇ ਸੰਗਤ ਨੂੰ ਜਪਾਉਣਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਭਾਈ ਹੰਦਾਲ ਨੂੰ ਕਹੇ ਹਨ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਮੁਕਤ ਦੀ ਨਿਆਮਤ ਸੀ ਤੇ ਭਾਈ ਹੰਦਾਲ ਬੇਕਦਰਾ ਹੋ ਗਿਆ ਤੇ ਗੁਰੂ ਸਾਹਿਬ ਦੀ ਦਿੱਤੀ ਹੋਈ ਦਾਤ ਨੂੰ ਪਚਾ ਨਾ ਸਕਿਆ। ਕਹਿੰਦੇ ਗਧਾ ਸੀ, ਉਹਨੂੰ ਬਗੰਬਰ ਲੱਭ ਗਿਆ। ਬਗੰਬਰ ਕਹਿੰਦੇ ਬਾਗ ਅੰਬਰ। ਬਾਗ ਅੰਬਰ ਦਾ ਭਾਵ ਹੈ ਵੀ ਬਾਗ ਸ਼ੇਰ ਦੀ ਖੱਲ ਲੱਭ ਗਈ ਗਧੇ ਨੂੰ ਤੇ ਉਹਨੇ ਸ਼ੇਰ ਦੀ ਜਿਹੜੀ ਖੱਲ ਸੀ ਤੇ ਉਹ ਲੈ ਕੇ ਆਪਣੇ ਸਰੀਰ ਦੇ ਉੱਪਰ ਪਾ ਲਈ ਤੇ ਸਰੀਰ ਦੇ ਉੱਪਰ ਪਾ ਕੇ ਤੇ ਖੇਤਾਂ ਵਿੱਚ ਵੜ ਗਿਆ। ਜਾ ਕੇ ਹੈ ਤਾਂ ਗਧਾ ਹੀ ਸੀ ਨਾ, ਖੇਤਾਂ ਵਿੱਚ ਵੜ ਗਿਆ ਤੇ ਲੋਕਾਂ ਦੇ ਖੇਤ ਖਾਣੇ ਸ਼ੁਰੂ ਕਰ ਦਿੱਤੇ। ਹੁਣ ਜਿਹੜੇ ਕਿਸਾਨ ਸਨ ਉਹ ਕਹਿੰਦੇ ਜੀ ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ। ਉਹਨਾਂ ਦੇ ਅੰਦਰ ਭੈ ਪੈਦਾ ਹੋ ਗਿਆ ਨਾ ਤੇ ਉਹ ਡਰਨ ਲੱਗ ਪਏ ਉਹਦੇ ਕੋਲੋਂ ਤੇ ਖੇਤ ਛੱਡ ਕੇ ਭੱਜ ਗਏ। ਉਹ ਹੈ ਤਾਂ ਗਧਾ ਸੀ ਪਰ ਸ਼ੇਰ ਵਾਲੀ ਖੱਲ ਪਾ ਲਈ ਉਹਨੇ ਉੱਪਰ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਇਹ ਕੌਤਕ ਕਰਕੇ ਵਿਖਾਇਆ ਸੀ, ਗਧੇ ਉੱਪਰ ਸ਼ੇਰ ਦੀ ਖੱਲ ਪਾਈ। ਤੇ ਮਹਾਰਾਜ ਕਹਿੰਦੇ ਸਿੱਖਾਂ ਦਾ ਹਾਲ ਇਦਾਂ ਦਾ ਅੱਜ ਕੱਲ੍ਹ ਹੋ ਗਿਆ, ਖਿਮਾ ਕਰਿਓ, ਕਿ ਕਹਿੰਦੇ ਜੀ ਅੱਗਾ ਇਹਨਾਂ ਦਾ ਸ਼ੇਰ ਦਾ ਤੇ ਪਿੱਛੋਂ ਗਧੇ ਵਰਗੇ ਨੇ। ਇਦਾਂ ਹੀ ਹੈ ਨਾ, ਭਾਵੇਂ ਬਾਹਰੋਂ ਸ਼ੇਰ ਆ ਅੰਦਰੋਂ ਤਾਂ ਸਾਈਂ ਖਾਲੀ ਆ ਨਾ, ਸਿੱਖੀ ਸਾਡੇ ਵਿੱਚ ਹੈ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਵੀ ਜਿਹੜਾ ਲਲਾਰੀ ਸੀ ਨਾ ਉਹਦੇ ਮੱਟ ਦੇ ਵਿੱਚ ਗਿੱਦੜ ਡਿੱਗ ਪਿਆ। ਲਲਾਰੀ ਦੇ ਮੱਟ 'ਚ, ਲਲਾਰੀ ਕੱਪੜੇ ਰੰਗਣ ਵਾਲਾ,
ਉਹਦਾ ਰੰਗ ਵਾਲਾ ਮੱਟ ਪਿਆ ਸੀ ਤੇ ਉਹਦੇ ਵਿੱਚ ਕਿਤੇ ਆ ਕੇ ਗਿੱਦੜ ਡਿੱਗ ਪਿਆ। ਜਦੋਂ ਗਿੱਦੜ ਡਿੱਗਿਆ, ਹੁਣ ਉਹਨੇ ਰੰਗ ਘੋਲਿਆ ਸੀ, ਉਹਨੂੰ ਰੰਗ ਚੜ ਗਿਆ। ਉਹ ਜਦੋਂ ਵਿੱਚੋਂ ਬਾਹਰ ਨਿਕਲਿਆ ਨਾ ਮੱਟ ਵਿੱਚੋਂ, ਤੇ ਪਿੰਡ ਦੇ ਵਿੱਚ ਸ਼ਹਿਰ ਵਿੱਚ ਖਲਬਲੀ ਮਚ ਗਈ, ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ। ਉਹ ਲੋਕ ਅਗਾਂਹ ਅਗਾਂਹ, ਉਹ ਗਿੱਦੜ ਸੋਚੀ ਜਾਏ ਵੀ ਅੱਜ ਮਸਲਾ ਕੀ ਹੈ। ਅੱਗੇ ਤਾਂ ਸਾਰੇ ਮਾਰਨ ਨੂੰ ਪੈਂਦੇ ਨੇ, ਇਹ ਅੱਜ ਵੇਖ ਵੇਖ ਕੇ ਹੀ ਭੱਜੀ ਜਾਂਦੇ। ਉਹ ਰੰਗ ਚੜ ਗਿਆ ਨਾ, ਸ਼ੇਰ ਵਰਗਾ ਲੱਗਣ ਲੱਗ ਗਿਆ ਉਹ। ਤੇ ਗਿੱਦੜ ਨੂੰ ਹੌਲੀ ਹੌਲੀ ਮਾਣ ਹੋ ਗਿਆ ਵੀ ਆਪਣੇ ਵਿੱਚ ਕੁਝ ਆ ਗਿਆ। ਉਹ ਪਹਿਲਾਂ ਲੋਕਾਂ ਨੂੰ ਡਰਾਇਆ, ਉਹਨੇ ਜ਼ਿਮੀਂਦਾਰ ਡਰਾ ਦਿੱਤੇ, ਤੇ ਮੁੜ ਕੇ ਜੰਗਲ ਵਿੱਚ ਚਲਾ ਗਿਆ, ਤੇ ਜੰਗਲ ਦੇ ਜਾਨਵਰ ਵੀ ਖਿਸਕ ਗਏ ਵੀ ਜੰਗਲ ਦਾ ਰਾਜਾ ਆ ਗਿਆ। ਭਾਈ ਗੁਰਦਾਸ ਜੀ ਕਹਿੰਦੇ ਬੜੀ ਸੇਵਾ ਕਰਾਈ ਜੰਗਲ ਦੇ ਜਾਨਵਰਾਂ ਕੋਲ, ਆਕੜ ਆਕੜ ਕੇ ਤੁਰਿਆ ਕਰੇ ਵੀ ਜਿਵੇਂ ਮੈਂ ਹੀ ਜੰਗਲ ਦਾ ਰਾਜਾ। ਉਹਨਾਂ ਨੇ ਲਿਆ ਕੇ ਫਲ ਰੱਖੇ, ਸੇਵਾਵਾਂ ਕੀਤੀਆਂ, ਭਟਾਵਾਂ ਰੱਖੀਆਂ, ਨਮਸਕਾਰਾਂ ਕੀਤੀਆਂ। ਤੇ ਮਸਲਾ ਕਿੱਥੇ ਵਿਗੜ ਗਿਆ ਵੀ ਰਾਤ ਹੋ ਗਈ ਤੇ ਦੂਰ ਕਿਤੇ ਗਿੱਦੜ ਬੋਲਦੇ ਪਏ ਸਨ, ਤੇ ਗਿੱਦੜਾਂ ਦੀ ਆਵਾਜ਼ ਸੁਣ ਕੇ ਉਹ ਵੀ ਬੋਲ ਪਿਆ, ਤੇ ਭਾਂਡਾ ਫੁੱਟ ਗਿਆ। ਉਹ ਜਿਹੜੇ ਸਾਰਾ ਦਿਨ ਸੇਵਾ ਕਰਦੇ ਰਹੇ, ਮੱਥੇ ਤੇ ਹੱਥ ਮਾਰ ਕੇ ਕਹਿੰਦੇ ਵੀ ਇਹ ਤਾਂ ਭੇਖੀ ਹੈ, ਇਹ ਤਾਂ ਗਿੱਦੜ ਹੈ। ਭਾਈ ਗੁਰਦਾਸ ਜੀ ਕਹਿੰਦੇ ਢੋਂਗੀਆਂ ਦਾ ਹਾਲ ਇਹ ਹੁੰਦਾ ਹੈ। ਖਲ ਜਿਹੜੀ ਹੈ ਸ਼ੇਰ ਦੀ, ਪਰ ਥੱਲੋਂ ਗਧੇ ਹੀ ਹੁੰਦੇ ਨੇ। ਅਸਲੀਅਤ ਇਹ ਹੈ, ਭਾਈ ਰਤਨ ਸਿੰਘ ਜੀ ਨੇ ਜਿਹੜੀ ਉਦਾਹਰਣ ਦਿੱਤੀ, ਜਿਉਂ ਗਧ ਹੈ ਬਗੰਬਰ ਲੱਭਿਓ, ਖਾਏ ਖੇਤੀ ਪਰਾਈ ਡਰਾਏ। ਗਧੇ ਨੂੰ ਸ਼ੇਰ ਦੀ ਖਲ ਲੱਭ ਗਈ ਤੇ ਉੱਪਰ ਪਾ ਕੇ ਤੇ ਖੇਤਾਂ 'ਚ ਜਾ ਵੜਿਆ। ਕਿਸਾਨ ਵਿਚਾਰੇ ਡਰਦੇ ਮਾਰੇ ਭੱਜ ਗਏ ਵੀ ਸ਼ੇਰ ਆ ਗਿਆ, ਤੇ ਗਧਾ ਸ਼ੇਰ ਦੀ ਖਲ ਦੇ ਹੇਠਾਂ ਤੇ ਪਰਾਈ ਖੇਤੀ ਖਾਣ ਲੱਗ ਪਿਆ। ਇਹ ਹਾਲ ਭਾਈ ਹੰਦਾਲ ਦੇ ਪਰਿਵਾਰ ਦਾ ਹੋਇਆ। ਮਹਾਰਾਜ ਨੇ ਗੱਦੀ ਦਿੱਤੀ ਸੀ ਪ੍ਰਚਾਰਕ ਦੀ, ਪ੍ਰਚਾਰ ਕਰਨਾ, ਪਰ ਗੁਰੂ ਬਣ ਕੇ ਬਹਿ ਗਏ, ਖਲ ਸ਼ੇਰ ਦੀ ਪਾ ਲਈ ਤੇ ਪਰਾਈ ਖੇਤੀ ਖਾਣੀ ਸ਼ੁਰੂ ਕਰ ਦਿੱਤੀ ਹੈ। ਸਾਧ ਸੰਗਤ ਜੀ, ਭਾਈ ਰਤਨ ਸਿੰਘ ਕਹਿੰਦੇ ਵੀ ਜਗਤ ਵਿੱਚ ਅਜਿਹਾ ਕੋਈ ਵਿਰਲਾ ਪੁਰਸ਼ ਆਇਆ ਹੋਵੇਗਾ ਵੀ ਜਿਹਦੇ ਕੋਲ ਧਨ ਆ ਗਿਆ, ਮਾਇਆ ਆ ਗਈ, ਉਹਨੂੰ ਹੰਕਾਰ ਨਹੀਂ ਹੋਇਆ। ਮਾਇਆ ਬੰਦੇ ਦਾ ਸੁਭਾਅ ਬਦਲ ਦਿੰਦੀ ਹੈ। ਕੁਦਰਤੀ ਤੌਰ ਤੇ ਮਾਇਆ ਦੇ ਲੱਛਣ ਬੰਦੇ ਦੇ ਸਰੀਰ ਵਿੱਚੋਂ, ਦਿਮਾਗ ਵਿੱਚੋਂ, ਹੱਥਾਂ ਵਿੱਚੋਂ ਦਿਸਣੇ ਸ਼ੁਰੂ ਹੋ ਜਾਂਦੇ ਨੇ। ਮਾਇਆ ਐਡੀ ਬਲਵਾਨ ਹੈ, ਬੰਦੇ ਦੀ ਤੋਰ ਬਦਲ ਦਿੰਦੀ ਹੈ। ਤਾਂ ਹੀ ਤਾਂ ਭਗਤਾਂ ਨੂੰ ਕਹਿਣਾ ਪਿਆ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ, ਦੌਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਜਦੋਂ ਕੁਝ ਮਿਲ ਜਾਂਦਾ ਫਿਰ ਹੰਕਾਰੀ ਹੋ ਜਾਂਦਾ। ਕਿਹੜਾ ਸੰਸਾਰ ਵਿੱਚ ਇਹੋ ਜਿਹਾ ਹੈ ਜਿਸ ਨੇ ਮਾਇਆ ਪ੍ਰਾਪਤ ਕੀਤੀ, ਉਹਨੂੰ ਹੰਕਾਰ ਨਹੀਂ ਹੋਇਆ। ਭਾਈ ਹੰਦਾਲ ਨੂੰ ਵੀ ਬੜਾ ਹੰਕਾਰ ਹੋ ਗਿਆ ਹੈ। ਜਿਸ ਗੁਰੂ ਨੇ ਦਾਤਾਂ ਦਿੱਤੀਆਂ, ਗੁਰੂ ਅਮਰਦਾਸ ਮਹਾਰਾਜ ਨੂੰ ਭੁਲਾ ਦਿੱਤਾ। ਆਖਦਾ ਮੈਨੂੰ ਦੇਣ ਵਾਲਾ ਕੌਣ ਜੰਮਿਆ? ਇਹ ਤਾਂ ਕੋਈ ਪਿਛਲੇ ਜਨਮ ਦਾ ਮੇਰਾ ਕਰਮ ਸੀ ਕਿ ਮੈਨੂੰ ਇਹ ਸਾਰਾ ਕੁਝ ਪ੍ਰਾਪਤ ਹੋ ਗਿਆ। ਜੇ ਮੈਂ ਅੱਜ ਸੰਗਤ ਨੂੰ ਕੁਝ ਦੇ ਰਿਹਾ ਨਾ, ਮੈਂ ਪਿਛਲੇ ਜਨਮ ਵਿੱਚ ਸੰਗਤ ਕੋਲੋਂ ਕੁਝ ਲਿਆ ਸੀ ਤੇ ਅੱਜ ਸੰਗਤ ਨੂੰ ਦੇ ਰਿਹਾ। ਪਿਛਲੇ ਜਨਮ ਵਿੱਚ ਲੈਂਦਾ ਰਿਹਾ, ਅੱਜ ਇਹਨਾਂ ਨੂੰ ਮੈਂ ਵੰਡ ਰਿਹਾ ਹਾਂ। ਲੋਕ ਕਹਿਣ ਜੀ ਤੁਹਾਨੂੰ ਤਾਂ ਗੁਰੂ ਅਮਰਦਾਸ ਜੀ ਨੇ ਦਾਤ ਦਿੱਤੀ। ਲੈ ਕਹਿੰਦਾ ਉਹ ਮੈਨੂੰ ਦੇਣ ਜੋਗੇ ਕਿੱਥੇ ਨੇ? ਉਹਨਾਂ ਨੇ ਥੋੜਾ ਮੈਨੂੰ ਕੁਝ ਦਿੱਤਾ। ਕਿਸੇ ਵਿੱਚ ਕੀ ਤਾਕਤ ਹੈ ਕਿ ਭਾਈ ਹੰਦਾਲ ਨੂੰ ਕੁਝ ਦੇ ਜਾਏ? ਇਹ ਤਾਂ ਸਾਰਾ ਕੁਝ ਮੈਨੂੰ ਆਪ ਪ੍ਰਾਪਤ ਹੋਇਆ ਜਿਹੜਾ ਮੈਂ ਸੰਗਤ ਵਿੱਚ ਵੰਡਦਾ ਹਾਂ। ਇਧਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੌਲੀ ਸਾਹਿਬ ਦੀ ਸੇਵਾ ਕਰਵਾਈ ਹੈ। ਇਹ ਗੱਲ ਜਦੋਂ ਭਾਈ ਹੰਦਾਲ ਨੇ ਸੁਣੀ ਹੈ, ਇਹਦੇ ਘਰ ਵਿੱਚ ਨਾ ਇੱਕ ਛੋਟੀ ਜੀ ਛੱਪੜੀ ਸੀ, ਉਹਦਾ ਨਾਮ ਗੰਗਾਸਰ ਰੱਖ ਦਿੱਤਾ ਇਹਨੇ। ਵੀ ਇੱਧਰ ਮਹਾਰਾਜ ਨੇ ਬੌਲੀ ਸਾਹਿਬ ਬਣਾਈ ਤੇ ਇਹਨੇ ਨਾਮ ਗੰਗਾਸਰ ਰੱਖ ਦਿੱਤਾ ਵੀ ਜੇ ਤੁਸੀਂ ਬੌਲੀ ਬਣਾਈ ਤੇ ਆਪਾਂ ਵੀ ਬਣਾ ਦਿੱਤੀ ਹੈ। ਪੁਰਾਣੇ ਸਮੇਂ ਵਿੱਚ ਬ੍ਰਹਮ ਹੱਤਿਆ ਤੇ ਗਊ ਹੱਤਿਆ ਵੱਡੀ ਮੰਨੀ ਜਾਂਦੀ ਸੀ। ਗਰੀਬ ਦੀ ਹੱਤਿਆ ਕਰਨੀ, ਗਊ ਹੱਤਿਆ ਕਰਨੀ, ਬ੍ਰਾਹਮਣ ਦੀ ਹੱਤਿਆ ਕਰਨੀ, ਉਹਨਾਂ ਦੇ ਸ਼ਾਸਤਰਾਂ ਵਿੱਚ ਇਹ ਗੱਲ ਲਿਖੀ ਗਈ। ਤੇ ਜੇਕਰ ਕੋਈ ਗਊ ਹੱਤਿਆਰਾ ਵੀ ਆ ਜਾਂਦਾ ਸੀ ਨਾ, ਤੇ ਕਹਿੰਦਾ ਸੀ ਵੀ ਇੱਥੇ ਇਸ਼ਨਾਨ ਕਰ ਲੈ ਛੱਪੜੀ ਵਿੱਚ, ਇਹਦੇ ਨਾਲ ਤੇਰੇ ਪਾਪ ਧੋਤੇ ਜਾਣਗੇ।
ਇਸ ਪ੍ਰਕਾਰ ਗੁਰੂ ਘਰ ਦੇ ਨਾਲ ਇਸ ਤਰੀਕੇ ਨਾਲ ਉਹਨੇ ਸ਼ਰੀਕਾ ਕਮਾਣਾ ਸ਼ੁਰੂ ਕਰ ਦਿੱਤਾ ਹੈ। ਗੁਰ ਲੋਪਿਓ ਦਿਓ ਬਤਾਈ। ਇਹਨੇ ਫਿਰ ਆਪਣਾ ਗੁਰੂ ਲੁਕੋ ਲਿਆ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ, ਹਰ ਇੱਕ ਗੱਲ ਦਾ ਜਵਾਬ ਹੈ। ਜਿਹੜੀ ਵੀ ਗੱਲ ਕਰੋਗੇ ਨਾ ਗੁਰੂ ਗ੍ਰੰਥ ਸਾਹਿਬ ਜਵਾਬ ਦੇਣਗੇ। ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਜਿਨ੍ਹਾਂ ਗੁਰ ਗੋਪਿਆ ਆਪਣਾ, ਜਿਨ੍ਹਾਂ ਨੇ ਆਪਣਾ ਗੁਰੂ ਲੁਕਾ ਲਿਆ, ਉਹ ਜੀਵ ਸੰਸਾਰ ਵਿੱਚ, ਉਹ ਜੀਵ ਰੂਪ ਇਸਤਰੀਆਂ ਸਭ ਤੋਂ ਬੁਰੀਆਂ ਨੇ। ਆ ਸਾਨੂੰ ਵੀ ਡਰ ਲੱਗਦਾ ਨਾ, ਘਰ 'ਚ ਤਾਂ ਬੜੀ ਫਤਿਹ ਬੁਲਾਵਾਂਗੇ ਤੇ ਬਾਹਰ ਜਾ ਕੇ ਸਤਿ ਸ੍ਰੀ ਅਕਾਲ ਤੇ ਆ ਜਾਣਗੇ ਵੀ ਲੋਕ ਕਿਤੇ ਇਹ ਨਾ ਕਹਿ ਦੇਣ ਵੀ ਫਤਿਹ ਬੁਲਾ ਦਿੱਤੀ ਹੈ। ਇੱਥੇ ਫਤਿਹ ਤੇ ਬਾਹਰ ਸਤਿ ਸ੍ਰੀ ਅਕਾਲ ਕਿਉਂ ਬੁਲਾਉਂਦੇ ਆ? ਗੁਰੂ ਦਾ ਹੁਕਮ ਫਤਿਹ ਦਾ ਹੈ ਨਾ। ਸਤਿ ਸ੍ਰੀ ਅਕਾਲ ਵੀ ਨਾਰਾ ਸਤਿਗੁਰਾਂ ਦਾ ਹੈ। ਉਹ ਅਕਾਲ ਵਾਹਿਗੁਰੂ ਸ਼੍ਰੋਮਣੀ ਸੱਚ ਹੈ, ਤ੍ਰੈ ਕਾਲ ਬਾਦ ਵਾਹਿਗੁਰੂ ਸੱਚਾ ਹੈ। ਸੰਖੇਪ ਅਰਥ ਨੇ। ਪਰ ਹੁਕਮ ਕੀ ਸੀ? ਆਗਿਆ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਇਹ ਹੁਕਮ ਸੀ ਵੀ ਫਤਿਹ ਬੁਲਾਉਣੀ ਹੈ। ਆਪਾਂ ਲੁਕੋ ਲਿਆ ਵੀ ਕਿਤੇ ਲੋਕ ਕੁਝ ਕਹਿ ਨਾ ਦੇਣ। ਕਿਰਪਾਨ ਵੀ ਥੱਲੇ ਜੀ ਲੁਕੋ ਕੇ ਪਾ ਲਈ ਵੀ ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਾਏ ਵੀ ਗੁਰੂ ਸਾਹਿਬ ਦਾ ਸਿੱਖ ਹੈ। ਇਹ ਹੁੰਦਾ ਵੀ ਆਪਣਾ ਗੁਰੂ ਲੁਕੋ ਲੈਣਾ। ਅਸੀਂ ਆਪਣਾ ਗੁਰੂ ਤਰੀਕੇ ਨਾਲ ਲੁਕਾਉਂਦੇ ਹਾਂ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਆਪਣੇ ਗੁਰੂ ਨੂੰ ਲੁਕੋ ਲੈਂਦੇ, ਗੁਰੂ ਛਪਾਉਂਦੇ ਨੇ ਤੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਬਸ ਜੋ ਕੁਝ ਹਾਂ ਮੈਂ ਆਪ ਹਾਂ, ਉਹ ਸੰਸਾਰ ਵਿੱਚ ਸਭ ਤੋਂ ਬੁਰੇ ਹਨ। ਇਹਨੇ ਗੁਰਸਿੱਖ ਸ਼ਬਦ ਜਿਹੜਾ ਸੀ ਨਾ ਉਹ ਮਿਟਾ ਦਿੱਤਾ। ਇਹਨੇ ਆਪਣਾ ਨਾਮ ਨਿਰੰਜਨੀਆ ਰੱਖ ਲਿਆ। ਨਿਰੰਜਨੀਆ, ਇਹ ਨਿਰੰਜਨ ਨਿਰੰਜਨ ਦਾ ਜਾਪ ਕਰਦਾ ਹੁੰਦਾ ਸੀ। ਵਾਹਿਗੁਰੂ ਸ਼ਬਦ ਛੱਡ ਦਿੱਤਾ ਤੇ ਨਿਰੰਜਨ ਜਪਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਨਿਰੰਜਨੀਆ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇੱਥੋਂ ਹੀ ਇਹਨਾਂ ਦਾ ਨਾਮ ਨਿਰੰਜਨੀਆ ਪੈ ਗਿਆ, ਜੰਡਾਲੇ ਵਾਲੇ ਨਿਰੰਜਨੀਏ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਦੀ ਤਾਂ ਕਹਿੰਦਾ ਵੀ ਇਹ ਜਨਕ ਰਾਜੇ ਦਾ ਅਵਤਾਰ ਹਨ। ਜਿਹੜੀ ਗੁਰੂ ਸਾਹਿਬ ਜੀ ਦੀ ਜਨਮ ਸਾਖੀ ਸੀ ਨਾ, ਇਹ ਹਿੰਦਾਲੀਆਂ ਨੇ ਵਿਗਾੜੀ ਸੀ। ਇਹਨਾਂ ਨੇ ਆਪਣੀ ਮਰਜ਼ੀ ਨਾਲ ਉਹ ਜਿਹਦੇ 'ਚ ਪ੍ਰਸੰਗ ਪਾ ਦਿੱਤੇ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇਹਨੇ ਜਨਮ ਸਾਖੀ ਵਿੱਚ ਇਹ ਲਿਖ ਦਿੱਤਾ ਵੀ ਗੁਰੂ ਨਾਨਕ ਸਾਹਿਬ ਜੀ ਤਾਂ ਉਹ ਇੱਕ ਦਾਸ ਸਨ, ਖਾਦਮ ਸਨ। ਉਹ ਗੁਰੂ ਥੋੜਾ ਸਨ, ਉਹ ਤਾਂ ਖਾਦਮ ਸਨ, ਰਾਜੇ ਜਨਕ ਦਾ ਅਵਤਾਰ ਸਨ। ਆਪਣੇ ਆਪ ਨੂੰ ਪਤਾ ਕੀ ਕਹਿੰਦਾ ਵੀ ਮੈਂ ਰਾਜੇ ਜਨਕ ਦਾ ਜਵਾਈ ਆ। ਰਾਜਾ ਜਨਕ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ। ਇਹਨੇ ਆਖਿਆ ਵੀ ਮੈਂ ਰਾਜੇ ਜਨਕ ਦਾ ਜਵਾਈ ਹਾਂ ਤੇ ਰਾਮਚੰਦਰ ਜੀ ਮੇਰੇ ਸਾਂਢੂ ਸਨ। ਰਾਜੇ ਜਨਕ ਦੀ ਬੇਟੀ ਸੀ ਸੀਤਾ, ਜਿਹਨੂੰ ਸ੍ਰੀ ਰਾਮਚੰਦਰ ਜੀ ਨੇ ਵਰਿਆ ਸੀਗਾ। ਰਾਜੇ ਜਨਕ ਦੀ ਬੇਟੀ ਸੀ ਤੇ ਇਹ ਕਹਿਣ ਲੱਗਾ ਵੀ ਰਾਜੇ ਜਨਕ ਦਾ ਮੈਂ ਜਵਾਈ ਹਾਂ ਤੇ ਰਾਮਚੰਦਰ ਜੀ ਦਾ ਮੈਂ ਸਾਂਢੂ ਹਾਂ। ਇਹ ਕਦੇ ਤਾਂ ਲੋਕਾਂ ਨੂੰ ਕਹਿਣ ਲੱਗਾ, ਇਹ ਗੱਲ ਕਹਿ ਦਿੰਦਾ ਹੈ ਕਿ ਇੱਕ ਸਾਧੂ ਸੀਗਾ ਤੇ ਉਹਦੇ ਚੇਲੇ ਨੇ ਉਹਦੀ ਬੜੀ ਸੇਵਾ ਕੀਤੀ। ਦਿਨੇ ਰਾਤ ਅੱਠੇ ਪਹਿਰ ਉਹਦੀ ਸੇਵਾ ਵਿੱਚ ਜੁੜਿਆ ਰਹਿੰਦਾ ਸੀ। ਜਦੋਂ ਉਹਦੀ ਸੇਵਾ ਸੰਪੂਰਨ ਹੋ ਗਈ ਨਾ, ਮਿਹਰ ਦਾ ਸਮਾਂ ਆਇਆ, ਮਹਾਂਪੁਰਸ਼ਾਂ ਨੇ ਉਹਦੇ ਤੇ ਦਇਆ ਕਰਨੀ ਸੀ, ਉਹ ਵਕਤ ਤੇ ਪਹੁੰਚਿਆ ਨਹੀਂ ਤੇ ਅਚਾਨਕ ਮੈਂ ਚਲਾ ਗਿਆ ਤੇ ਛਲ ਦੇ ਨਾਲ ਮਿਹਰ ਮੈਂ ਲੈ ਲਈ। ਉਹਨਾਂ ਮਹਾਂਪੁਰਸ਼ਾਂ ਨੇ ਮਿਹਰ ਤਾਂ ਆਪਣੇ ਸੇਵਕ ਤੇ ਕਰਨੀ ਸੀ, ਉਹ ਪਹੁੰਚਿਆ ਨਹੀਂ ਸਮੇਂ ਸਿਰ, ਮੈਂ ਪਹੁੰਚ ਗਿਆ ਤੇ ਉਹਨਾਂ ਨੇ ਮੇਰੇ ਤੇ ਮਿਹਰ ਕਰ ਦਿੱਤੀ ਹੈ। ਕਦੀ ਇਹ ਗੱਲ ਬਣਾ ਕੇ ਲੋਕਾਂ ਨੂੰ ਦੱਸਦਾ ਹੈ, ਕਦੇ ਕਹਿੰਦਾ ਵੀ ਮੈਂ ਆਪਣੇ ਆਪ ਹੀ ਗੁਰੂ ਬਣ ਗਿਆ ਹਾਂ। ਜੇ ਲੋਕ ਕਹਿਣ ਵੀ ਤੈਨੂੰ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ ਹੈ, ਆਖਦਾ ਵੀ ਉਹ ਮੈਨੂੰ ਥੋੜਾ ਕੁਝ ਦੇਣ ਜੋਗੇ ਨੇ। ਇਹ ਜੋ ਕੁਝ ਲਿਆ ਨਾ ਮੈਂ ਆਪਣੇ ਆਪ ਹੀ ਪ੍ਰਾਪਤ ਕੀਤਾ ਹੈ। ਇਸ ਪ੍ਰਕਾਰ ਕਹਿੰਦਾ ਵੀ ਮੈਂ ਉਹਨਾਂ ਦਾ ਭੇਦ ਸਾਰਾ ਜਾਣ ਗਿਆ ਹਾਂ। ਇਹ ਤਾਂ ਮੂਰਖ ਲੋਕ ਭਰਮ ਕਰਦੇ ਨੇ ਮੇਰੇ ਤੇ ਕਿ ਗੁਰੂ ਅਮਰਦਾਸ ਜੀ ਨੇ ਮੈਨੂੰ ਬਖਸ਼ਿਸ਼ਾਂ ਦਿੱਤੀਆਂ, ਇਹ ਤੁਹਾਡਾ ਭਰਮ ਹੈ। ਜੋ ਕੁਝ ਮਿਲਿਆ ਇਹ ਮੈਨੂੰ ਆਪਣੇ ਆਪ ਹੀ ਪ੍ਰਾਪਤ ਹੋਇਆ ਹੈ। ਇਹੋ ਜਿਹੇ ਝੂਠ ਲਿਖ ਲਿਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਪਾਵਨ ਜਨਮ ਸਾਖੀ ਹੈ, ਇਹਨੇ ਜਨਮ ਸਾਖੀ ਦੇ ਵਿੱਚ ਇਹ ਇਤਿਹਾਸ ਮਿਲਾ ਦਿੱਤਾ ਹੈ।
ਨੰਦਾਲ ਪਹੁੰਚਿਓ ਲਿਖਵਾਏ। ਵੇਖੋ ਬਾਣੀ ਨੇ ਕਿੰਨੀ ਮਹਿਮਾ ਕੀਤੀ। ਰਾਮ ਜਪੋ ਜੀ ਐਸੇ ਐਸੇ, ਧੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਉਹਨਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਤੁਸੀਂ ਵੀ ਉੱਦਾਂ ਜਪੋ। ਇਹਨੇ ਪਤਾ ਕੀ ਲਿਖਿਆ? ਆਖਦਾ ਵੀ ਜਿੱਥੇ ਧਰੂ ਤੇ ਪ੍ਰਹਿਲਾਦ ਨਹੀਂ ਨਾ ਪਹੁੰਚ ਸਕੇ, ਉੱਥੇ ਹਿੰਦਾਲ ਪਹੁੰਚ ਗਿਆ ਹੈ। ਜਿੱਥੇ ਤੱਕ ਧਰੂ ਪ੍ਰਹਿਲਾਦ ਦੀ ਪਹੁੰਚ ਨਹੀਂ, ਉੱਥੇ ਤੱਕ ਹਿੰਦਾਲ ਦੀ ਪਹੁੰਚ ਹੈ। ਇਹੋ ਜਿਹੇ ਬਚਨ ਇਹਨੇ ਜਨਮ ਸਾਖੀ ਵਿੱਚ ਲਿਖੇ। ਜਿਹੜਾ ਮਿਹਰਬਾਨ ਸੀਗਾ, ਬਾਬੇ ਪ੍ਰਿਥੀ ਚੰਦ ਦੇ ਪਰਿਵਾਰ ਵਿੱਚੋਂ ਹੋਇਆ। ਮਿਹਰਬਾਨ ਨੇ, ਬਾਬੇ ਪ੍ਰਿਥੀ ਚੰਦ ਨੇ, ਉਹਨਾਂ ਦੇ ਟੱਬਰ ਨੇ ਬਾਣੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਨਾਨਕ ਛਾਪ ਦੇ, ਨਾਨਕ ਦਾ ਛਾਪ ਲਾ ਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ ਤੇ ਨਾਨਕ ਪਦ ਦੀ ਛਾਪ ਆਉਂਦੀ ਹਰ ਇੱਕ ਸ਼ਬਦ ਵਿੱਚ ਕਰੀਬਨ। ਤੇ ਮਿਹਰਬਾਨ ਆਦਿਕ ਇਹਨਾਂ ਨੇ ਵੀ ਅੱਗੋਂ ਜਾ ਕੇ ਆਪ ਬਾਣੀ ਬਣਾ ਕੇ ਨਾ ਕਵਿਤਾ ਬਣਾ ਲੈਣੀ ਤੇ ਨਾਨਕ ਪਦ ਦੀ ਛਾਪ ਮੋਹਰ ਲਾ ਦੇਣੀ ਸ਼ਬਦ ਦੇ ਅਖੀਰ ਵਿੱਚ। ਫਿਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਪਈ। ਸਾਰੀ ਬਾਣੀ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਹਾਰਾਜ ਨੇ ਤਿਆਰ ਕੀਤਾ। ਤੇ ਇਹ ਕੰਮ ਹਿੰਦਾਲੀਆਂ ਨੇ ਵੀ ਕੀਤਾ। ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਕੋਲੋਂ ਝੂਠਾ ਇਤਿਹਾਸ ਬਣਾ ਕੇ ਆਪਣੀ ਮਹਿਮਾ ਜਿਹੜੀ ਸੀ ਉਹ ਜਨਮ ਸਾਖੀ ਦੇ ਵਿੱਚ ਲਿਖ ਦਿੱਤੀ ਹੈ। ਇਸ ਪ੍ਰਕਾਰ ਭਾਈ ਸਾਹਿਬ ਕਹਿੰਦੇ ਝੂਠੇ ਜਿਹੜੇ ਕਿੱਸੇ ਬਣਾ ਕੇ ਤੇ ਉਹਨਾਂ ਨੇ ਲਿਖਣੇ ਸ਼ੁਰੂ ਕਰ ਦਿੱਤੇ ਹਨ। ਭਾਈ ਸਾਹਿਬ ਕਹਿੰਦੇ ਉਹਨੇ ਇੱਕ ਹੋਰ ਝੂਠ ਮਾਰਿਆ, ਜਿੱਥੇ ਉਹਨੇ ਆਪਣਾ ਗੁਰੂ ਲੁਕੋ ਲਿਆ ਹੈ। ਉਹਨੇ ਇੱਕ ਜਿੰਦਾ ਨਾਮ ਦਾ ਪੁਰਸ਼ ਹੈ, ਉਹਨੂੰ ਆਪਣਾ ਗੁਰੂ ਦੱਸ ਦਿੱਤਾ ਵੀ ਉਹ ਮੇਰਾ ਗੁਰੂ ਹੈ। ਇਸ ਨੇ ਇਸ ਤੋਂ ਵੱਡਾ ਵੀ ਗਜਬ ਕਮਾਇਆ, ਪਾਪ ਕੀਤਾ ਹੈ। ਇਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਿੰਦਾ ਕਹਿ ਦਿੱਤਾ ਵੀ ਉਹ ਜਿੰਦਾ ਹਨ। ਅੱਗੇ ਜਾ ਕੇ ਉਹ ਗੱਲ ਖੁੱਲੇਗੀ ਵੀ ਜਿੰਦਾ ਕਿਹਨੂੰ ਕਹਿੰਦੇ ਨੇ। ਇਹਨੇ ਗੁਰੂ ਨਾਨਕ ਸਾਹਿਬ ਜੀ ਦੇ ਬਾਬਤ ਵੀ ਆਖਿਆ ਵੀ ਇਹ ਜਿੰਦਾ ਗੁਰੂ ਹਨ। ਜਿਹੜਾ ਸਿਕੰਦਰ ਬਾਦਸ਼ਾਹ ਸੀ ਨਾ, ਉਹਦਾ ਇੱਕ ਗੁਲਾਮ ਸੀ ਜਿਹਦਾ ਨਾਮ ਜਿੰਦਾ ਸੀਗਾ। ਤੇ ਇਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਜੋਤ ਸੀ ਨਾ, ਆਖਿਆ ਵੀ ਇਹ ਜੋਤ ਹੁਣ ਇਸ ਜਿੰਦਾ ਦੇ ਵਿੱਚ ਆ ਗਈ ਹੈ, ਵੀ ਇਹ ਮੇਰਾ ਗੁਰੂ ਹੈ। ਗੁਰੂ ਨਾਨਕ ਸਾਹਿਬ ਜਿਹੜੇ ਸਨ ਉਹਨਾਂ ਤੋਂ ਜਿੰਦਾ ਪੈਦਾ ਹੋਇਆ ਤੇ ਇਹ ਜਿੰਦਾ ਹੀ ਮੇਰਾ ਗੁਰੂ ਹੈ। ਇਹ ਲੋਕਾਂ 'ਚ ਕਹਿਣ ਲੱਗ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਹ ਜਿਹੜਾ ਜਿੰਦਾ ਗੁਲਾਮ ਹੈ ਉਹਦੇ ਵਿੱਚ ਆਪਣੀ ਜੋਤ ਰੱਖੀ ਤੇ ਉਹਦੇ ਰੂਪ ਵਿੱਚ ਪ੍ਰਗਟ ਹੋ ਗਏ ਹਨ। ਕਹਿੰਦਾ ਵੀ ਜਿਹੜੇ ਕਬੀਰ ਜੀ ਸਨ ਤੇ ਗੁਰੂ ਨਾਨਕ ਸਾਹਿਬ ਜੀ ਸਨ ਉਹ ਭਰਾ ਸਨ। ਬਾਬਾ ਕਬੀਰ ਜੀ ਤੇ ਗੁਰੂ ਨਾਨਕ ਸਾਹਿਬ ਜੀ ਭਰਾ ਸਨ ਤੇ ਤੀਜਾ ਉਹਨਾਂ ਦਾ ਭਰਾ ਹਿੰਦਾਲ ਬਣ ਗਿਆ। ਇੱਕ ਕਬੀਰ ਸਾਹਿਬ, ਇੱਕ ਗੁਰੂ ਨਾਨਕ ਸਾਹਿਬ ਤੇ ਤੀਜਾ ਉਹਨਾਂ ਦਾ ਭਰਾ ਹਿੰਦਾਲ ਹੈ। ਇਸ ਪ੍ਰਕਾਰ ਇਹਨੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਵਿੱਚ ਆਪਣੀ ਸਮਾਨਤਾ ਵਾਲੇ ਬਚਨ ਲਿਖ ਦਿੱਤੇ ਵੀ ਆਪਣੇ ਆਪ ਨੂੰ ਗੁਰੂ ਸਾਬਤ ਕਰ ਦਿੱਤਾ ਵੀ ਕਬੀਰ ਸਾਹਿਬ ਗੁਰੂ ਨਾਨਕ ਸਾਹਿਬ ਭਰਾ ਤੇ ਮੈਂ ਉਹਨਾਂ ਦਾ ਤੀਜਾ ਭਰਾ, ਵੀ ਮੈਂ ਵੀ ਉਹਨਾਂ ਦੇ ਬਰਾਬਰ, ਉਹਨਾਂ ਦੇ ਤੁਲ ਹਾਂ। ਭਾਈ ਰਤਨ ਸਿੰਘ ਜੀ ਉਦਾਹਰਣ ਦਿੰਦੇ ਵੀ ਕਹਿੰਦੇ ਗੱਲ ਇਸ ਤਰ੍ਹਾਂ ਬਣ ਗਈ ਵੀ ਜਿਵੇਂ 4 ਸਵਾਰ ਨਾ ਦਿੱਲੀ ਤੋਂ ਚੱਲ ਪਏ। ਉਹਨਾਂ 4 ਸਵਾਰਾਂ ਦੇ ਕੋਲ ਆਪਣੇ ਆਪਣੇ ਘੋੜੇ ਸਨ ਤੇ ਇਸ ਤਰ੍ਹਾਂ ਦਿੱਲੀ ਤੋਂ ਪੰਜਾਬ ਨੂੰ ਤੁਰ ਪਏ ਹਨ। ਅੱਗੇ ਰਾਹ ਵਿੱਚ ਨਾ ਤੁਰਦਿਆਂ ਉਹਨਾਂ ਨੂੰ ਇੱਕ ਪੁਰਸ਼ ਮਿਲਿਆ ਵੀ ਉਹਦੇ ਕੋਲ ਗਧੇ ਸਨ ਤੇ ਆਖਦਾ ਵੀ ਕਿੱਧਰ ਚੱਲੇ ਹੋ? ਉਹ ਕਹਿੰਦੇ ਜੀ ਪੰਜਾਬ ਚੱਲੇ ਆ। ਕਹਿੰਦਾ ਵੀ ਇਸ ਤਰ੍ਹਾਂ ਕਰੋ ਵੀ ਮੈਨੂੰ ਵੀ ਨਾਲ ਲੈ ਚੱਲੋ, ਵੀ ਚਲੋ ਮੈਂ ਵੀ ਤੁਹਾਡੇ ਨਾਲ ਤੁਰ ਪੈਣਾ। ਉਹ ਜਿਹੜੇ 4 ਜਾਣੇ ਸਨ ਉਹਨੂੰ ਕਹਿੰਦੇ ਵੀ ਠੀਕ ਹੈ ਵੀ ਤੂੰ ਵੀ ਸਾਡੇ ਨਾਲ ਚੱਲ ਪੈ। ਇਸ ਤਰ੍ਹਾਂ ਉਹਨਾਂ 4 ਘੋੜੇ ਵਾਲਿਆਂ ਨੇ ਜਿਹੜਾ ਉਹ ਗਧੇ ਵਾਲਾ ਬੰਦਾ ਸੀ ਉਹਨੂੰ ਵੀ ਆਪਣੇ ਨਾਲ ਤੋਰ ਲਿਆ। ਭਾਈ ਸਾਹਿਬ ਕਹਿੰਦੇ ਰਾਹ ਦੇ ਵਿੱਚ ਜੇਕਰ ਉਹਨਾਂ 4 ਜਾਣਿਆਂ ਨੂੰ ਕੋਈ ਇਹ ਗੱਲ ਪੁੱਛਦਾ ਹੈ, ਉਹ ਜਿਹੜਾ ਗਧੇ ਵਾਲਾ ਸੀ ਨਾ ਉਹ ਸਭ ਤੋਂ ਪਹਿਲਾਂ ਨਾ ਦੂਜਿਆਂ ਦੀ ਗੱਲ ਬੋਚ ਜਾਂਦਾ ਸੀ। ਭਾਵ ਵੀ ਰਾਹ ਵਿੱਚ ਕੋਈ ਬੰਦਾ ਸੀ, ਉਹਨੇ ਘੋੜੇ ਵਾਲਿਆਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਹੋ? ਉਹਨੇ ਘੋੜੇ ਵਾਲੇ ਪੁਰਸ਼ਾਂ ਨੂੰ ਜਵਾਬ ਨਹੀਂ ਦੇਣ ਦਿੱਤਾ ਤੇ ਗਧੇ ਵਾਲਾ ਉਸ ਪੁਰਸ਼ ਦੀ ਗੱਲ ਬੋਚ ਕੇ ਆਪ ਪਹਿਲਾਂ ਉਹਨਾਂ ਨੂੰ ਜਵਾਬ ਦੇਣ ਲੱਗਾ ਹੈ। ਆਖਦਾ ਵੀ ਅਸੀਂ 5 ਸਵਾਰ ਦਿੱਲੀ ਤੋਂ ਆਏ ਹਾਂ। ਸ਼ਾਇਦ ਹੋ ਸਕਦਾ ਗੱਲ ਤੁਹਾਡੀ ਸਮਝ ਆ ਗਈ ਹੋਵੇ ਵੀ ਉਹ ਇਹ ਨਹੀਂ ਕਹਿਣਾ ਚਾਹੁੰਦਾ ਵੀ ਮੈਂ ਗਧੇ ਵਾਲਾ ਪੁਰਸ਼ ਹਾਂ, ਵੀ ਮੈਂ ਰਾਹ ਚੋਂ ਆਇਆ, ਵੀ ਮੇਰੇ ਕੋਲ ਗਧਾ ਆਇਆ,
ਵੀ ਉਹ ਆਪਣੇ ਗਧੇ ਨੂੰ ਗਧਾ ਨਹੀਂ ਕਹਿਣਾ ਚਾਹੁੰਦਾ, ਉਹ ਇਹੀ ਕਹਿਣਾ ਚਾਹੁੰਦਾ ਵੀ ਮੈਂ ਵੀ ਅਸਵਾਰ ਹਾਂ, ਭਾਵੇਂ ਮੈਂ ਗਧੇ ਤੇ ਬੈਠਾ ਹੋਇਆ, ਵੀ ਅਸੀਂ 5 ਜਾਣੇ ਦਿੱਲੀ ਤੋਂ ਚੱਲ ਕੇ ਆਏ ਹਾਂ। ਹੁਣ ਇੱਕ ਗਧੇ ਵਾਲਾ ਸਾਰੀਆਂ ਗੱਲਾਂ ਨੂੰ ਵਲ ਜਾਂਦਾ ਹੈ ਤੇ ਲੋਕਾਂ ਨੂੰ ਇਹੀ ਕਹਿੰਦਾ ਵੀ ਅਸੀਂ 5 ਜਾਣੇ ਦਿੱਲੀ ਤੋਂ ਚੱਲ ਕੇ ਆਏ ਹਾਂ। ਅਸਲ ਵਿੱਚ ਭਾਈ ਹਿੰਦਾਲ ਦੀ ਗੱਲ ਵੀ ਇਸ ਤਰ੍ਹਾਂ ਦੀ ਬਣ ਗਈ। ਗੁਰੂ ਸਾਹਿਬ ਜੀ ਨੂੰ ਇੱਕ ਪਾਸੇ ਕਰਦਾ ਵੀ ਸਾਰੀਆਂ ਗੱਲਾਂ ਬੋਚ ਕੇ ਨਾ ਇਹੀ ਕਹਿੰਦਾ ਵੀ ਮੈਂ ਵੀ ਇਹਨਾਂ ਦੇ ਨਾਲ ਦਾ ਹੀ ਹਾਂ। ਜਿਵੇਂ ਉਹ ਗਧੇ ਵਾਲਾ ਕਹਿੰਦਾ ਨਾ ਵੀ ਮੈਂ ਵੀ ਅਸਵਾਰ ਦਿੱਲੀ ਤੋਂ ਆਇਆ ਤਾਂ ਰਾਹ ਵਿੱਚੋਂ ਤੇ ਆਇਆ ਵੀ ਗਧੇ ਉੱਪਰ, ਤੇ ਭਾਈ ਹਿੰਦਾਲ ਵੀ ਇਹ ਸਾਬਤ ਕਰਨਾ ਚਾਹੁੰਦਾ ਵੀ ਮੈਂ ਵੀ ਗੁਰੂ ਹਾਂ ਤੇ ਕਬੀਰ ਸਾਹਿਬ ਵਾਂਗੂ, ਗੁਰੂ ਨਾਨਕ ਸਾਹਿਬ ਦੇ ਵਾਂਗੂ ਹਾਂ। ਸੋ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ, ਹੇ ਮੇਰੇ ਭਰਾ ਦਾ ਪਾਪ ਭਰਾ, ਹੇ ਮੇਰੇ ਭਰਾਵੋ, ਹੇ ਗੁਰਮੁਖੋ, ਗੁਰੂ ਕੇ ਪਿਆਰੇ ਸਿੱਖੋ, ਇਹ ਪ੍ਰਸੰਗ ਅੱਗੇ ਸਰਵਣ ਕਰੋ। ਹਿੰਦਾਲ ਨੇ ਇਸ ਤਰੀਕੇ ਨਾਲ ਆਪਣੇ ਆਪ ਨੂੰ ਗੁਰੂ ਸਾਬਤ ਕੀਤਾ ਤੇ ਮਹਾਰਾਜ ਦੀ ਜਨਮ ਸਾਖੀ ਵਿੱਚ ਮਿਲਾਵਟ ਕੀਤੀ, ਉਹਨਾਂ ਨੇ ਵਿਗਾੜ ਦਿੱਤੀ ਜਨਮ ਸਾਖੀ। ਤੇ ਉਸ ਤੋਂ ਬਾਅਦ ਉਹਦੀ ਅੱਗੋਂ ਜਿਹੜੀ ਔਲਾਦ ਹੋਈ ਹੈ ਤੇ ਉਹਦੀ ਔਲਾਦ ਵੀ ਇਦਾਂ ਦੀ ਸੀ, ਉਹਨਾਂ ਨੇ ਵੀ ਇਹੀ ਕੁਝ ਕੀਤਾ ਹੈ। ਉਹਨਾਂ ਨੇ ਜਿਹੜੇ ਗਜਬ ਸਨ ਉਹ ਮਹਾਰਾਜ ਦੀ ਜਨਮ ਸਾਖੀ ਵਿੱਚ ਲਿਖ ਦਿੱਤੇ ਹਨ। ਭਾਈ ਸਾਹਿਬ ਜੀ ਕਹਿੰਦੇ ਭਿੰਨ ਭਿੰਨ ਕਰਕੇ ਮੈਂ ਉਹਨਾਂ ਦੇ ਨਾਮ ਸੁਣਾਉਣ ਦਾ ਵੀ ਯਤਨ ਕਰਾਂਗਾ ਤੇ ਤੁਹਾਨੂੰ ਇਹ ਵੀ ਦੱਸਾਂਗਾ ਵੀ ਇਹ ਮੁੱਕੇ ਕਿਵੇਂ, ਇਹਨਾਂ ਦਾ ਨਾਸ਼ ਕਿਵੇਂ ਹੋਇਆ ਜਿਹੜੇ ਹਿੰਦਾਲੀਏ ਸਨ। ਅਸਲ ਵਿੱਚ ਇਹਨਾਂ ਨੂੰ ਮੁਕਤ ਦੀ ਨਿਆਮਤ ਮਿਲੀ ਸੀ ਤੇ ਇਹਨਾਂ ਕੋਲੋਂ ਝੱਲੀ ਨਹੀਂ ਜਾ ਸਕੀ, ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਸਨ, ਪਚਾ ਨਹੀਂ ਸਕੇ। ਤੇ ਭਾਈ ਸਾਹਿਬ ਕਹਿੰਦੇ ਜੋ ਕੁਝ ਵੀ ਹੋਇਆ ਮੈਂ ਉਸੇ ਤਰ੍ਹਾਂ ਹੀ ਲਿਖ ਦਿੱਤਾ ਤੇ ਜੋ ਕੁਝ ਅੱਗੋਂ ਇਹਨਾਂ ਦੀ ਔਲਾਦ ਨਾਲ ਹੋਇਆ ਉਹ ਵੀ ਤੁਹਾਨੂੰ ਸੁਣਾ ਦਿੰਦਾ ਹਾਂ। ਅੱਗੋਂ ਹਿੰਦਾਲ ਦਾ ਪੁੱਤਰ ਹੋਇਆ ਭਾਈ ਕਾਨ ਸਿੰਘ ਨਾਭਾ ਦੇ ਮੁਤਾਬਕ ਇਹਦੇ ਪੁੱਤਰ ਦਾ ਨਾਮ ਬਿਧੀ ਚੰਦ ਸੀਗਾ। ਤੇ ਜਿਹੜਾ ਹਿੰਦਾਲ ਦਾ ਪੁੱਤਰ ਸੀ, ਹਾਲਾਂਕਿ ਲਿਖਿਆ ਗਿਆ ਵੀ ਬੜਾ ਕੁਕਰਮੀ ਸੀ, ਕੁਝ ਕਿਨੇ ਸਿੱਖੀ ਦੇ ਤੌਰ ਤਰੀਕੇ ਰੱਖਣ ਦਾ ਯਤਨ ਜ਼ਰੂਰ ਕੀਤਾ ਹੈ। ਅੱਗੋਂ ਭਾਈ ਹਿੰਦਾਲ ਦੇ ਜਿਹੜੇ ਪੋਤਰੇ ਹੋਏ ਸਨ ਉਹ ਸਿੱਖੀ ਤੋਂ ਬਿਲਕੁਲ ਕੋਰੇ ਸਨ। ਭਾਈ ਹਿੰਦਾਲ ਗੁਰੂ ਬਣ ਕੇ ਬਹਿ ਗਿਆ, ਉਹਦਾ ਪੁੱਤਰ ਬਿਧੀ ਚੰਦ ਵੀ ਅੱਗੋਂ ਇਸੇ ਤਰ੍ਹਾਂ ਦਾ ਸੀ। ਅੱਗੋਂ ਜਿਹੜੇ ਪੋਤਰੇ ਹੋਏ ਉਹ ਵੀ ਸਿੱਖੀ ਤੋਂ ਬਿਲਕੁਲ ਕੋਰੇ ਹੋ ਗਏ ਹਨ। ਇਸ ਤਰ੍ਹਾਂ ਭਾਈ ਹਿੰਦਾਲ ਦੇ ਅੱਗੋਂ ਜਿਹੜੇ ਪੋਤਰੇ ਹੋਏ ਹਨ ਉਹ ਆਪਣੇ ਆਪ ਨੂੰ ਨਿਰੰਜਨੀਏ ਖਵਾਉਂਦੇ ਹਨ। ਉਹਨਾਂ ਨੇ ਗੁਰੂ ਘਰ ਨੂੰ ਮੰਨਣਾ ਛੱਡ ਦਿੱਤਾ ਕਿਉਂਕਿ ਭਾਈ ਹਿੰਦਾਲ ਨੇ ਨਿਰੰਜਨੀਆਂ ਕਿਹਾ, ਆਪਣੇ ਆਪ ਨੂੰ ਸਿੱਖੀ ਦਾ ਨਾਮ ਇੱਕ ਪਾਸੇ ਕਰ ਦਿੱਤਾ, ਸਿੱਖੀ ਲੁਕੋ ਦਿੱਤੀ ਵੀ ਅਸੀਂ ਗੁਰੂ ਦੇ ਸਿੱਖ ਨਹੀਂ, ਆਪਣੇ ਆਪ ਨੂੰ ਨਿਰੰਜਨੀਏ ਕਹਿਣ ਲੱਗ ਪਏ ਤੇ ਗੁਰੂ ਘਰ ਨੂੰ ਮੰਨਣਾ ਛੱਡ ਦਿੱਤਾ। ਸਗੋਂ ਉਹਨਾਂ ਨੇ ਗੁਰੂ ਘਰਾਂ ਵਿੱਚੋਂ ਚੋਰੀ ਕਰਨੀ ਸ਼ੁਰੂ ਕਰ ਦਿੱਤੀ। ਜਿੱਥੇ ਵੀ ਗੁਰੂ ਘਰ ਆਉਣਾ ਤੇ ਗੁਰੂ ਘਰ ਵਿੱਚ ਵੜ ਕੇ ਤੇ ਗੋਲਕ ਦੀ ਮਾਇਆ ਚੁੱਕ ਲੈਣੀ, ਉਥੋਂ ਕੀਮਤੀ ਸਾਜੋ ਸਮਾਨ ਚੁੱਕ ਕੇ ਲੈ ਜਾਣਾ। ਸ੍ਰੀ ਹਰਿਮੰਦਰ ਸਾਹਿਬ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਚੰਦੋਏ ਲੱਗਦੇ ਹਨ, ਇਹਨਾਂ ਨੇ ਉਹ ਜਿਹੜੇ ਚੰਦੋਏ ਵੀ ਲਾਹ ਕੇ ਮੰਗਵਾਏ ਸਨ ਕਈ ਵਾਰੀ ਆਪਣੇ ਵਾਸਤੇ। ਉਹ ਦਰਬਾਰ ਸਾਹਿਬ ਦੇ ਚੰਦੋਏ ਜਿਹੜੇ ਲਵਾ ਕੇ ਮੰਗਾ ਲਏ। ਇਸ ਤਰ੍ਹਾਂ ਹੀ ਚੋਰੀ ਕਰਨ ਲੱਗ ਪਏ, ਇਹੋ ਜਿਹੀਆਂ ਨੀਚ ਹਰਕਤਾਂ ਤੇ ਉਤਰ ਆਏ ਹਨ। ਆਪਸ ਵਿੱਚ ਕਰਤਾਰ ਕਰਤਾਰ ਕਹਿੰਦੇ ਹਨ। ਜੇ ਕੋਈ ਸਿੱਖ ਮਿਲ ਜਾਣਾ ਉਹਨਾਂ ਨੇ ਫਤਿਹ ਬੁਲਾਉਣੀ, ਵਾਹਿਗੁਰੂ ਕਹਿਣਾ ਤੇ ਚੁੱਪ ਹੋ ਜਾਣਾ, ਜਵਾਬ ਨਹੀਂ ਦੇਣਾ ਵਾਹਿਗੁਰੂ ਸ਼ਬਦ ਦਾ, ਬਸ ਕੇਵਲ ਕਰਤਾਰ ਕਰਤਾਰ ਦਾ ਹੀ ਜਵਾਬ ਦਿੰਦੇ ਹਨ। ਕਿਤੇ ਆਖਦੇ ਨੇ ਵੀ ਗੁਰੂ ਨਾਨਕ ਸਾਹਿਬ ਵਾਲਾ ਸਾਡਾ ਪੰਥ ਹੈ, ਤੇ ਕਿਤੇ ਕਹਿੰਦੇ ਨੇ ਵੀ ਜਿਹੜਾ ਉਹ ਸਿਕੰਦਰ ਦਾ ਗੁਲਾਮ ਜਿੰਦਾ ਪੀਰ ਸੀ ਨਾ, ਅਸੀਂ ਉਹਨੂੰ ਗੁਰੂ ਧਾਰਨ ਕੀਤਾ ਹੈ। ਤੇ ਮੁਸਲਮਾਨਾਂ ਦੇ ਨਾਲ ਸਨੇਹ ਰੱਖਦੇ ਨੇ, ਉਹਨਾਂ ਨਾਲ ਪ੍ਰੇਮ ਬਣਾ ਕੇ ਰੱਖਦੇ ਹਨ। ਜਮਾਤੀ ਬਣ ਗਏ ਜਿਹੜੇ ਸੁਲਤਾਨੀਏ ਨੇ, ਸਰਵਰ ਨੂੰ ਮੰਨਣ ਵਾਲੇ ਸਖੀ ਸਰਵਰ ਦੇ ਚੇਲੇ, ਉਹਨਾਂ ਦੇ ਨਾਲ ਮਿਲ ਮਿਲ ਕੇ ਇੱਕੋ ਥਾਲ ਦੇ ਵਿੱਚ ਖਾਂਦੇ ਨੇ ਤੇ ਸਿੰਘਾਂ ਦੇ ਨਾਲ ਇਹ ਵੈਰ ਕਮਾਉਂਦੇ ਹਨ। ਸਾਧ ਸੰਗਤ ਜੀ ਇਹਨਾਂ ਵਿੱਚ ਸਭ ਤੋਂ ਵੱਡਾ ਦੁਸ਼ਟ ਹਰ ਭਗਤ ਨਿਰੰਜਨੀਆ ਹੋਇਆ ਹੈ।
ਅਸਲ ਵਿੱਚ ਜਦੋਂ ਸਿੰਘਾਂ ਤੇ ਮਾੜਾ ਸਮਾਂ ਚੱਲਦਾ ਸੀ ਨਾ, ਜਿਹੜਾ ਹਰ ਭਗਤ ਨਿਰੰਜਨੀਆਂ ਜੰਡਿਆਲੇ ਵਾਲਾ ਸੀ, ਇਹਨੇ ਸਭ ਤੋਂ ਜ਼ਿਆਦਾ ਸਿੱਖਾਂ ਦਾ ਕਤਲ ਕਰਵਾਇਆ ਉਸ ਸਮੇਂ ਦੇ ਵਿੱਚ। ਇਸ ਤੋਂ ਪਹਿਲਾਂ ਉਹ ਭਾਵੇਂ ਬੁਰੇ ਸਨ, ਮਾੜੇ ਸਨ, ਪਰ ਜਿਹੜਾ ਕੰਮ ਹਰ ਭਗਤ ਨਿਰੰਜਨੀਆਂ ਕਰਦਾ ਰਿਹਾ ਉਹ ਕਿਸੇ ਨਾ ਕੀਤਾ। ਇਹ ਮੁਖਬਰੀ ਕਰਦਾ ਸੀ, ਮੁਖਬਰ ਸੀ ਸਰਕਾਰ ਦਾ। ਜਿੱਥੇ ਕਿਤੇ ਇਹਨੂੰ ਸਿੱਖ ਮਿਲਣਾ, ਇਹਨੇ ਜਾ ਕੇ ਤੁਰਕਾਂ ਨੂੰ ਖਬਰ ਲਾ ਦੇਣੀ। ਗਰੀਬ ਕਿਰਤੀ ਸਿੱਖ ਮਰਵਾ ਦਿੱਤੇ। ਆਪਣੇ ਨਾਲ ਤੁਰਕਾਂ ਦੀ ਫੌਜ ਰੱਖਦਾ ਸੀ, ਤੇ ਜਿੱਥੇ ਵੀ ਸਿੱਖ ਹੋਣਾ ਤੇ ਤੁਰਕਾਂ ਦੀ ਫੌਜ ਘਰੇ ਭੇਜ ਦੇਣੀ ਸਿੱਖਾਂ ਦੀ, ਜਾਓ ਜਾ ਕੇ ਗ੍ਰਿਫਤਾਰ ਕਰ ਲਓ। ਜਿੱਥੇ ਆਪਣਾ ਵਸ ਚੱਲਦਾ, ਆਪਣੇ ਹੱਥਾਂ ਨਾਲ ਸਿੰਘਾਂ ਨੂੰ ਮਾਰ ਦਿੰਦਾ। ਐਡਾ ਇਹ ਦੁਸ਼ਟ ਸੀਗਾ। ਸੋ ਇਸ ਪ੍ਰਕਾਰ ਹਰ ਭਗਤ ਨਿਰੰਜਨੀਆਂ ਇਹਨਾਂ ਦੇ ਵਿੱਚ ਪ੍ਰਗਟ ਹੋਇਆ। ਔਖੇ ਸਮੇਂ ਦੇ ਵਿੱਚ ਇਹਨੇ ਸਿੱਖਾਂ ਦਾ ਕਤਲ ਕੀਤਾ ਹੈ। ਦੁਸ਼ਟ ਬਣ ਗਿਆ। ਇਸ ਦੁਸ਼ਟ ਨੇ ਜਾ ਕੇ ਜਿਹੜਾ ਲਾਹੌਰ ਦਾ ਨਵਾਬ ਸੀ ਉਹਦੇ ਕੋਲ ਜਾ ਕੇ ਚੁਗਲੀ ਕਰ ਦੇਣੀ, ਸਿੰਘਾਂ ਦੀ ਮੁਖਬਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਤੁਰਕਾਂ ਦੇ ਨਾਲ ਪ੍ਰੀਤ ਪਾ ਲਈ ਹੈ। ਜਦੋਂ ਪੰਥ ਖਾਲਸਾ ਪ੍ਰਗਟ ਹੋਇਆ, ਗੁਰੂ ਕੇ ਖਾਲਸੇ ਨੇ ਮਹਾਰਾਜ ਸਤਿਗੁਰੂ ਜੀ ਦੇ ਪੰਥ ਦਾ ਪ੍ਰਚਾਰ ਕੀਤਾ, ਸਿੱਖੀ ਦਾ ਪ੍ਰਚਾਰ ਕੀਤਾ ਹੈ। ਉਹਨਾਂ ਸਮਿਆਂ ਦੇ ਵਿੱਚ ਸਿੰਘ ਜਦੋਂ ਕਿਤੇ ਯਾਤਰਾ ਤੇ ਜਾਂਦੇ ਸਨ ਜਾਂ ਕਿਸੇ ਇਲਾਕੇ ਵਿੱਚ ਯਾਤਰਾ ਕਰਦੇ ਸਨ ਤੇ ਉਹ ਸਿੱਖਾਂ ਦੇ ਘਰ ਵਿੱਚ ਰੁਕ ਜਾਂਦੇ ਸਨ। ਹੁਣ ਇਹਨੇ ਪਹਿਰਾਵਾ ਤਾਂ ਸਿੱਖਾਂ ਵਰਗਾ ਹੀ ਬਣਾਇਆ ਸੀ, ਤੇ ਜਦੋਂ ਵੀ ਕੋਈ ਸਿੱਖ ਇਹਦੇ ਘਰ ਵਿੱਚ ਆਉਂਦਾ ਸੀ ਵੀ ਚਲੋ ਇਹ ਗੁਰੂ ਸਾਹਿਬ ਦਾ ਸਿੱਖ ਹੈ, ਪਰ ਉਹਨਾਂ ਨੂੰ ਕੀ ਪਤਾ ਸੀ ਵੀ ਇਹ ਦੁਸ਼ਟ ਨੇ। ਉਹਨਾਂ ਦੇ ਘਰ ਦੇ ਵਿੱਚ ਰੁਕ ਜਾਣਾ ਤੇ ਇਹਨੇ ਫੜ ਆਪ ਦੇ ਤੇ ਸਮਾਰ ਉਹਨਾਂ ਸਿੱਖਾਂ ਨੂੰ ਫੜ ਕੇ ਮਾਰ ਦੇਣਾ। ਸਿੱਖਾਂ ਨੇ ਮਾਣ ਕਰਕੇ ਰੁਕਣਾ ਵੀ ਇਹ ਸਿੱਖ ਹੈ। ਜਿਹੜਾ ਸਿੱਖ ਘਰ ਵਿੱਚ ਆਉਣਾ ਤੇ ਇਹਨੇ ਸਿੱਖ ਦਾ ਕਤਲ ਕਰ ਦੇਣਾ। ਕਈ ਸਿੱਖਾਂ ਨੂੰ ਪਕੜ ਕੇ ਗ੍ਰਿਫਤਾਰ ਕਰਵਾ ਕੇ ਲਾਹੌਰ ਪਹੁੰਚਾ ਦਿੰਦਾ ਹੈ। ਸਿੱਖਾਂ ਨੂੰ ਗ੍ਰਿਫਤਾਰ ਕਰਨ ਦੇ ਬਦਲੇ ਬਹੁਤ ਸਾਰਾ ਇਨਾਮ ਲੈ ਕੇ ਖਾਂਦਾ ਹੈ। ਪਿੰਡਾਂ ਦੇ ਵਿੱਚ ਜਾ ਕੇ ਤੇ ਸਿੱਖਾਂ ਦੇ ਘਰ ਦੱਸ ਕੇ ਤੁਰਕਾਂ ਦੇ ਕੋਲੋਂ ਸਿੱਖਾਂ ਨੂੰ ਗ੍ਰਿਫਤਾਰ ਕਰਾਉਂਦਾ ਹੈ। ਆਪਣੇ ਨਾਲ ਤੁਰਕਾਂ ਦੀ ਫੌਜ ਵੀ ਰੱਖਣ ਲੱਗ ਪਿਆ। ਆਖਦਾ ਵੀ ਮੈਨੂੰ ਬਾਰ-ਬਾਰ ਆਉਣਾ ਪੈਂਦਾ, ਵੀ ਮੈਨੂੰ ਫੌਜ ਦੀ ਟੁਕੜੀ ਦੇ ਦਿਓ, ਮੇਰੇ ਨਾਲ ਹੀ ਭੇਜ ਦਿਓ। ਜਿੱਥੇ ਸਿੰਘ ਮਿਲਿਆ ਕਰਨਗੇ ਉੱਥੇ ਨਾਲ ਹੀ ਗ੍ਰਿਫਤਾਰ ਕਰਾ ਦਿਆ ਕਰਾਂਗਾ। ਭਾਈ ਰਤਨ ਸਿੰਘ ਜੀ ਕਹਿੰਦੇ ਸਾਡਾ ਜਿਹੜਾ ਪਿਛਲਾ ਪਿੰਡ ਸੀ ਨਾ, ਭਾਈ ਸੁੱਖਾ ਸਿੰਘ ਜੀ ਮੀਰ ਕੋਟੀਏ, ਸਾਧ ਸੰਗਤ ਜੀ ਮੀਰ ਕੋਟ ਉਹਨਾਂ ਦਾ ਪਿੰਡ ਸੀਗਾ, ਭਾਈ ਸੁੱਖਾ ਸਿੰਘ ਹਰਾਂ ਦਾ, ਤੇ ਉਸ ਪਿੰਡ ਦੇ ਰਹਿਣ ਵਾਲੇ ਸਨ। ਭਾਈ ਰਤਨ ਸਿੰਘ ਜੀ ਬਾਅਦ ਵਿੱਚ ਭੜੀ ਪਿੰਡ ਦੇ ਵਿੱਚ ਆਏ, ਤੇ ਭਾਈ ਸੁੱਖਾ ਸਿੰਘ ਜੀ ਜਦੋਂ ਉਹਨਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ, ਤੇ ਆਹੀ ਹਰ ਭਗਤ ਨਿਰੰਜਨੀਆ ਸੀ ਜਿਹਨੇ ਜਾ ਕੇ ਮੁਖਬਰੀ ਕੀਤੀ ਵੀ ਸੁੱਖਾ ਸਿੰਘ ਇੱਥੇ ਰਹਿੰਦਾ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਆ। ਉਹਨਾਂ ਨੇ ਆ ਕੇ ਭਾਈ ਸੁੱਖਾ ਸਿੰਘ ਜੀ ਦਾ ਪਿੱਛਾ ਕੀਤਾ, ਤੇ ਭਾਈ ਰਤਨ ਸਿੰਘ ਕਹਿੰਦੇ ਵੀ ਮੀਰਕੋਟ ਜਿਹੜਾ ਸਾਡਾ ਪਿੰਡ ਸੀਗਾ, ਇਹ ਹਰ ਭਗਤ ਨਿਰੰਜਨੀਆ ਨੇ 2 ਵਾਰੀ ਲੁਟਾਇਆ ਤੁਰਕਾਂ ਨੂੰ ਕਹਿ ਕੇ ਵੀ ਸੁੱਖਾ ਸਿੰਘ ਇਸ ਪਿੰਡ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਮੇਰੇ ਬਾਪ ਭਾਵ ਮੇਰੇ ਪਿਤਾ ਜੀ ਤੇ ਮੇਰਾ ਜਿਹੜਾ ਦਾਦਾ ਸੀਗਾ, ਦਾਦਾ ਭਾਈ ਸੁੱਖਾ ਸਿੰਘ ਸਨ, ਤੇ ਇਸ ਪ੍ਰਕਾਰ ਭਾਈ ਸੁੱਖਾ ਸਿੰਘ ਦੇ ਪੋਤਰੇ ਸਨ ਭਾਈ ਰਤਨ ਸਿੰਘ। ਉਹਨਾਂ ਨੇ ਸਾਡੇ ਬਾਪ ਦਾਦੇ ਨੂੰ ਸਾਡੇ ਪਿੰਡ ਵਿੱਚੋਂ ਬਾਹਰ ਕਢਵਾ ਦਿੱਤਾ ਹੈ। ਇਸ ਤੋਂ ਬਾਅਦ ਉਹਨਾਂ ਦੇ ਮਗਰੋਂ ਜਿਹੜੇ ਪੜਪੋਤਰੇ ਹੋਏ ਹਨ, ਇੱਕ ਦਾ ਨਾਮ ਕਿਰਪਾਲ ਸੀ ਤੇ ਦੂਜੇ ਦਾ ਨਾਮ ਦਿਆਲ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਪੰਜਾਬ ਦੇ ਵਿੱਚ ਆਇਆ, ਤੇ ਇਹ ਮੂਹਰੇ ਲੱਗ ਕੇ ਨਾ ਸਿੱਖਾਂ ਦੇ ਘਰ ਦੱਸਦੇ ਸਨ, ਜਿਹੜੇ ਕਿਰਪਾਲ ਤੇ ਦਿਆਲ ਨਿਰੰਜਨੀਏ ਸਨ, ਅਬਦਾਲੀ ਦੇ ਮੂਹਰੇ ਲੱਗ ਕੇ ਨੇ ਲੈ ਕੇ ਜਾਣਾ ਵੀ ਇੱਥੇ ਸਿੱਖ ਰਹਿੰਦੇ ਨੇ, ਇੱਥੇ ਸਿੱਖ ਰਹਿੰਦੇ ਨੇ। ਇਸ ਤਰ੍ਹਾਂ ਦੱਸ ਕੇ ਸਿੰਘਾਂ ਦਾ ਕਤਲ ਕਰਵਾਇਆ ਹੈ। ਇਹਨਾਂ ਨੇ ਮੁਖਬਰੀ ਕਰਕੇ ਆਗੂ ਬਣ ਕੇ ਅਬਦਾਲੀ ਦਾ ਤੇ ਸਿੱਖਾਂ ਨੂੰ ਮਰਵਾ ਦਿੱਤਾ। ਮਲੇਰਾ ਪਾਈ ਦਾ ਭਾਵ ਵੀ ਮਲੇਰਕੋਟਲੇ ਦੇ ਨਜ਼ਦੀਕ ਜਿਹੜਾ ਵੱਡਾ ਘੱਲੂਘਾਰਾ ਹੋਇਆ ਹੈ। ਉਸ ਵੱਡੇ ਘੱਲੂਘਾਰੇ ਵਿੱਚ 3 ਘੱਲੂਘਾਰੇ ਹੋਏ, ਇੱਕ ਛੋਟਾ ਘੱਲੂਘਾਰਾ, ਇੱਕ ਵੱਡਾ ਤੇ ਇੱਕ 1984 ਵਾਲਾ ਘੱਲੂਘਾਰਾ। ਇਹ 3 ਘੱਲੂਘਾਰੇ ਮੰਨੇ ਜਾਂਦੇ ਨੇ। ਤੇ ਜਿਹੜਾ ਸਭ ਤੋਂ ਵੱਡਾ ਘੱਲੂਘਾਰਾ ਸੀਗਾ, ਉਹਦੇ ਵਿੱਚ ਕਰੀਬਨ 30,000 ਸਿੰਘ ਸਿੰਘਣੀਆਂ, ਬੱਚੇ ਤੇ ਬਜ਼ੁਰਗ ਜਿਹੜੇ ਸ਼ਹੀਦ ਹੋ ਗਏ ਸਨ, ਕਿਉਂਕਿ ਪਰਿਵਾਰ ਸਨ ਸਿੰਘਾਂ ਦੇ ਨਾਲ। ਬੜਾ ਨੁਕਸਾਨ ਹੋਇਆ ਸਿੱਖਾਂ ਦਾ ਉਸ ਵਕਤ।
ਤੇ ਇਹ ਜਿਹੜਾ ਵੱਡਾ ਘੱਲੂ ਘਾਰਾ ਕਰਵਾਉਣ ਵਿੱਚ ਵੀ ਇਹ ਹਰ ਭਗਤ ਨਿਰੰਜਨੀਆਂ ਦਾ ਸਭ ਤੋਂ ਵੱਡਾ ਹੱਥ ਸੀ। ਤੇ ਉਹਨਾਂ ਦੇ ਜਿਹੜੇ ਪੜਪੋਤਰੇ ਸਨ ਕਿਰਪਾਲ ਤੇ ਦਿਆਲ, ਇਹਨਾਂ ਨੇ ਆਪ ਅਬਦਾਲੀ ਨੂੰ ਦੱਸ ਕੇ ਤੇ ਸਿੰਘਾਂ ਦਾ ਕਤਲ ਕਰਵਾਇਆ ਹੈ। ਉਸ ਤੋਂ ਬਾਅਦ ਜਦੋਂ ਸਿੰਘਾਂ ਨੂੰ ਪਤਾ ਲੱਗ ਗਿਆ ਨਾ ਵੀ ਇਹਨਾਂ ਦੋਹਾਂ ਦੀਆਂ ਕਰਤੂਤਾਂ ਨੇ, ਤੇ ਸਿੰਘਾਂ ਨੇ ਆ ਕੇ ਨਾ ਫਿਰ ਜਿੱਥੇ ਰਹਿੰਦੇ ਸਨ ਜੰਡਿਆਲੇ, ਉੱਥੇ ਆ ਕੇ ਚਾਰ ਚਫੇਰੇ ਘੇਰਾ ਪਾ ਲਿਆ ਹੈ। ਤੇ ਸਾਧ ਸੰਗਤ ਜੀ, ਅਹਿਮਦ ਸ਼ਾਹ ਅਬਦਾਲੀ ਉਸ ਵਕਤ ਲਾਹੌਰ ਬੈਠਾ ਸੀ ਜਦੋਂ ਸਿੰਘਾਂ ਨੇ ਆ ਕੇ ਘੇਰਾ ਪਾਇਆ ਦੋਹਾਂ ਜਾਣਿਆਂ ਨੂੰ। ਤੇ ਇਧਰ ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਭੇਜ ਦਿੱਤੀ ਵੀ ਅੱਗੇ ਤੈਨੂੰ ਲੋੜ ਸੀ, ਅਸਾਂ ਤੇਰੀ ਮਦਦ ਕੀਤੀ, ਹੁਣ ਤੂੰ ਸਾਡੀ ਆ ਕੇ ਮਦਦ ਕਰ। ਤੇ ਅਹਿਮਦ ਸ਼ਾਹ ਅਬਦਾਲੀ ਫਿਰ ਇਹਨਾਂ ਦੀ ਮਦਦ ਕਰਨ ਵਾਸਤੇ ਆਇਆ ਹੈ। ਬੜਾ ਉੱਥੇ ਘਮਸਾਣ ਦਾ ਜੰਗ ਹੋਇਆ ਤੇ ਸਿੰਘਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਇੱਥੋਂ ਭਜਾਇਆ। ਫਿਰ ਮੁਰਦਿਆਂ ਦੇ ਵਿੱਚ ਪੈ ਕੇ ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਜਾਨ ਬਚਾਈ ਸੀ। ਉਸ ਤੋਂ ਬਾਅਦ ਇਹ ਦੋਨੇ ਜਾਣੇ ਇਹਨਾਂ ਨੇ ਵੇਖਿਆ ਵੀ ਸਿੰਘਾਂ ਦੇ ਨਾਲ ਤਾਂ ਹੁਣ ਮੇਰਾ ਵਸ ਨਹੀਂ ਚੱਲਣਾ, ਸਿੰਘਾਂ ਦੇ ਨਾਲ ਸਾਡਾ ਵਸ ਨਹੀਂ ਚੱਲਣਾ, ਤੇ ਕਿਉਂ ਨਾ ਇਹਨਾਂ ਦੇ ਨਾਲ ਮਿਲਾਪ ਕਰ ਲਈਏ। ਦੋਨੇ ਜਾਣੇ ਖਾਲਸੇ ਦੀ ਸ਼ਰਨ ਵਿੱਚ ਆ ਗਏ ਤੇ ਆ ਕੇ ਮਾਫੀ ਮੰਗ ਲਈ ਹੈ। ਕਾਫੀ ਸਮਾਂ ਸਿੰਘਾਂ ਦੇ ਨਾਲ ਚੱਲਦੇ ਰਹੇ, ਵਿਚਰਦੇ ਰਹੇ। ਇੱਕ ਦਿਨ ਕਿਸੇ ਸਮੇਂ ਕਿਸੇ ਜਗ੍ਹਾ ਤੇ ਕਹਿ ਲਓ ਅਚਾਨਕ ਆਪਸ 'ਚ ਸਿੰਘਾਂ ਦੀ ਲੜਾਈ ਹੋ ਗਈ। ਉਦੋਂ ਵੀ ਮਿਸਲਾਂ ਵਿੱਚ ਥੋੜ੍ਹਾ ਬਹੁਤਾ ਮਤਭੇਦ ਤਾਂ ਚੱਲਦਾ ਸੀ, ਪਰ ਸਾਡੇ ਵਾਂਗੂ ਨਹੀਂ ਸੀ ਕਰਦੇ ਜਿਵੇਂ ਸਾਡੇ ਅੱਜ ਕੱਲ੍ਹ ਕਰਦੇ ਨੇ। ਆਪਸ ਵਿੱਚ ਕਿਤੇ ਸਿੰਘਾਂ ਦੀ ਲੜਾਈ ਹੋ ਗਈ ਹੈ। ਕਿਰਪਾਲ ਸਿੰਘਾਂ ਦੀ ਮਦਦ ਕਰਨ ਵਾਸਤੇ ਗਿਆ ਸੀ, ਪਰ ਉਸ ਲੜਾਈ ਵਿੱਚ ਕਿਰਪਾਲ ਮਾਰਿਆ ਗਿਆ ਤੇ ਦਿਆਲ ਬਚ ਗਿਆ ਹੈ। ਭਾਈ ਰਤਨ ਸਿੰਘ ਜੀ ਫਰਮਾਨ ਕਰਦੇ ਨੇ, ਕਿਰਪਾਲ ਜਦੋਂ ਮਰ ਗਿਆ ਤੇ ਮਗਰੋਂ ਦਿਆਲ ਫਿਰ ਗੱਦੀ ਲਾ ਕੇ ਬਹਿ ਗਿਆ, ਫਿਰ ਉਹ ਆਪ ਗੁਰੂ ਬਣ ਕੇ ਬਹਿ ਗਿਆ ਹੈ। ਦਿਆਲਦਾਸ ਦਾ ਕੋ ਪੁੱਤਰ ਹੋਇਆ ਜਿਹਦਾ ਨਾਮ ਸੀ ਸ਼ਰਨਦਾਸ। ਇਹ ਬੜਾ ਵੱਡਾ ਸ਼ਰਾਬੀ ਕਬਾਬੀ ਤੇ ਵਿਕਾਰੀ ਪੁਰਸ਼ ਸੀਗਾ। ਤੇ ਦਿਆਲਦਾਸ ਤੋਂ ਬਾਅਦ ਸ਼ਰਨਦਾਸ ਹਰ ਭਗਤ ਨਿਰੰਜਨੀਆਂ ਵਾਲੀ ਗੱਦੀ ਤੇ ਬਹਿ ਗਿਆ ਹੈ। ਬੜਾ ਵੱਡਾ ਇਹਦਾ ਕੱਦ ਸੀਗਾ, ਕਹਿ ਲੋ ਵੀ 7-8 ਫੁੱਟ ਇਹਦਾ ਕੱਦ ਸੀ, ਜਵਾਨ ਬੜਾ ਸੀ। ਇਸ ਤਰ੍ਹਾਂ ਮੰਨ ਲਓ ਵੀ ਐਡਾ ਜਵਾਨ ਸੀ, ਕੱਲਾ ਜਾਣਾ ਬੱਕਰਾ ਖਾ ਜਾਂਦਾ ਸੀਗਾ, ਚਟੰਗਾ ਕੱਲਾ ਹੀ ਖਾ ਜਾਂਦਾ ਸੀ, ਵੀ ਇੰਨਾ ਮੀਟ ਖਾ ਜਾਣਾ ਤੇ ਬਲੀ ਸੀਗਾ। ਪਰ ਬਹੁਤ ਵੱਡਾ ਕਾਮੀ ਪੁਰਸ਼ ਸੀ। ਜਿਹਨੇ ਮਾਸ ਖਾਣਾ ਉਹਨੇ ਵਿਕਾਰੀ ਤਾਂ ਹੋਣਾ ਹੀ ਹੋਣਾ। ਜਾਨਵਰ ਖਾਣ ਦੇ ਨਾਲ ਕੋਈ ਬੰਦੇ ਦੀ ਬਿਰਤੀ ਸਦੋ ਗੁਣ ਥੋੜਾ ਬਣਦੀ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਸਭ ਤੋਂ ਵੱਡੋ ਕਾਮੀ ਉਹ ਹੋ, ਇਹ ਕਾਮੀ ਸੀ, ਬਹੁਤ ਵੱਡਾ ਵਿਕਾਰੀ ਹੈ। ਮਸਲਾ ਇਹ ਹੋ ਗਿਆ, ਜਿਵੇਂ ਅੱਜ ਕੱਲ੍ਹ ਬਾਬਿਆਂ ਦਾ ਹਾਲ ਹੈ ਨਾ, ਇਹੀ ਹਾਲ ਇਹਦਾ ਸੀਗਾ। ਅੱਜ ਕੱਲ੍ਹ ਵਾਲੇ ਪਖੰਡੀ ਵੀ ਇਹੀ ਕੁਝ ਕਰਦੇ ਨੇ। ਤਾਂ ਹੀ ਤਾਂ ਫਿਰ ਭਗਤਾਂ ਨੂੰ ਕਹਿਣਾ ਪਿਆ, ਇਹ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਇਹ ਤਾਂ ਠੱਗ ਨੇ, ਇਹ ਹਰੀ ਦੇ ਸੰਤ ਨਹੀਂ, ਵਾਹਿਗੁਰੂ ਦੇ ਪਿਆਰੇ ਨਹੀਂ। ਇਹਨਾਂ ਭੇਖ ਦਾ ਬਣਾਇਆ ਹੋਇਆ, ਪਰ ਭੇਖ ਦੇ ਅੰਦਰ ਗਧੇ ਦੀ, ਅਸਲ ਵਿੱਚ ਸ਼ੇਰ ਦੀ ਖਲ ਵਿੱਚ ਗਧੇ ਬੈਠੇ ਹੋਏ ਨੇ ਆ ਕੇ। ਅਸਲੀਅਤ ਇਹ ਆ, ਭਾਈ ਸਾਹਿਬ ਨੇ ਤਾਂ ਪਿੱਛੇ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ। ਤੇ ਸਾਧ ਸੰਗਤ ਜੀ, ਸੰਗਤ ਵਿੱਚ ਕਿਸੇ ਦੀ ਧੀ, ਕਿਸੇ ਦੀ ਬਹੂ ਬੇਟੀ ਆਣੀ ਤੇ ਇਹਨੇ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ। ਮਾੜਾ ਚੰਗਾ ਵੇਖਣਾ, ਮਾੜਾ ਬੋਲਣਾ ਤੇ ਬੁਰੇ ਕਰਮ ਕਰਨੇ ਸ਼ੁਰੂ ਕਰ ਦਿੱਤੇ। ਮੁੜ ਕੇ ਦੀ ਸੰਗਤ ਨਾਲ ਇਹਦੇ ਤੋਂ ਸ਼ੰਕਾ ਕਰਨ ਲੱਗ ਪਈ ਵੀ ਲੋਕਾਂ ਨੇ ਆਉਣਾ, ਉਹਨਾਂ ਨੇ ਧੀਆਂ ਨਾਲ ਲੈ ਕੇ ਆਉਣੀਆਂ, ਨਾਲ ਆਪਣੀਆਂ ਬੱਚੀਆਂ, ਆਪਣੀਆਂ ਬੇਟੀਆਂ, ਨੂੰਹਾਂ ਉਹਨਾਂ ਨੇ ਬੰਦ ਕਰ ਦਿੱਤੀਆਂ ਵੀ ਅਸੀਂ ਆਪਣੀ ਸੰਗਤ ਵਿੱਚ ਉਹਨਾਂ ਨੂੰ ਨਹੀਂ ਨਾਲ ਲੈ ਕੇ ਜਾਣਾ। ਇਹਦੀ ਸੰਗਤ ਆਉਂਦੀ ਜ਼ਰੂਰ ਹੈ, ਪਰ ਕਿਸੇ ਦੀ ਧੀ, ਕੋਈ ਔਰਤ, ਕੋਈ ਬਹੂ ਬੇਟੀ ਨਾਲ ਨਹੀਂ ਆਉਂਦੀ। ਇਹਨੇ ਵੇਖਿਆ ਵੀ ਮਾਮਲਾ ਗੜਬੜ ਹੋ ਗਿਆ। ਇਹਨੇ ਫਿਰ ਨਾ ਇੱਕ ਸਾਖੀ ਘੜ ਲਈ ਤੇ ਉਹ ਸਾਖੀ ਘੜ ਕੇ ਸੁਣਾਉਣ ਲੱਗ ਪਿਆ। ਆਪਣੀ ਸੰਗਤ ਨੂੰ ਕਹਿੰਦਾ ਵੀ ਭਾਈ ਸਿੱਖੀ ਰੱਖਣੀ ਬੜੀ ਔਖੀ ਹੈ। ਵਾਲ ਨਾਲੋਂ ਨਿੱਕੀ ਤੇ ਖੰਡੇ ਦੀ ਧਾਰ ਨਾਲੋਂ ਤਿੱਖੀ ਹੈ। ਇਹ ਗੱਲ ਵੇਦ ਸ਼ਾਸਤਰਾਂ ਦੇ ਵਿੱਚ ਵੀ ਲਿਖੀ ਹੈ। ਤੇ ਕਹਿੰਦੇ ਹਨ ਵੀ ਤੁਸੀਂ ਬਹੂ ਬੇਟੀਆਂ ਸੰਗਤ ਵਿੱਚ ਨਹੀਂ ਲੈ ਕੇ ਆਉਂਦੇ, ਵੀ ਕਿੰਨੀ ਕੁ ਵੱਡੀ ਗੱਲ ਹੈ, ਸਿੱਖੀ ਕਮਾਉਣੀ ਬੜੀ ਔਖੀ ਹੈ ਤੇ ਤੁਸੀਂ ਤਾਂ ਬਹੂ ਬੇਟੀਆਂ ਘਰ ਛੱਡ ਆਉਂਦੇ ਹੋ। ਪਰ ਇਹ ਮੂਰਖ ਨੂੰ ਕੌਣ ਸਮਝਾਏ ਵੀ ਤੇਰੀਆਂ ਕਰਤੂਤਾਂ ਮਾੜੀਆਂ ਨੇ।
ਲੋਕ ਤਾਂ ਹੀ ਆਪਣੇ ਪਰਿਵਾਰਾਂ ਨੂੰ ਤੇਰੇ ਤੋਂ ਦੂਰ ਰੱਖਦੇ ਨੇ, ਸੰਕੋਚ ਕਰਦੇ ਨੇ ਤੇਰੇ ਪਾਸ ਆਪਣੀਆਂ ਬੱਚੀਆਂ ਨੂੰ ਲਿਆਉਣ ਤੋਂ। ਪਰ ਇਹ ਗੱਲਾਂ ਬਣਾ ਬਣਾ ਕੇ ਸੁਣਾਉਂਦਾ ਵੀ ਬਹੂ ਬੇਟੀਆਂ ਕੀ ਚੀਜ਼ ਨੇ, ਬੜਾ ਕੁਝ ਵਾਰਨਾ ਪੈਂਦਾ ਸਿੱਖੀ ਤੋਂ। ਇਸ ਕਰਕੇ ਤੁਹਾਨੂੰ ਸ਼ੰਕਾ ਨਹੀਂ ਕਰਨਾ ਚਾਹੀਦਾ। ਕਹਿੰਦਾ ਜੀ ਸਿੱਖੀ ਜਿਹੜੀ ਹੈ ਸਭ ਤੋਂ ਵੱਡਾ ਪਦਾਰਥ ਹੈ। ਇਹ ਜਿਹੜੀ ਗੱਲ ਤਾਂ ਆਦ ਅੰਤ ਤੋਂ ਹੁੰਦੀ ਆਈ ਹੈ। ਇਸ ਕਰਕੇ ਤੁਹਾਨੂੰ ਕਿਸੇ ਗੱਲ ਦਾ ਭਰਮ ਨਹੀਂ ਕਰਨਾ ਚਾਹੀਦਾ, ਸ਼ੰਕਾ ਨਹੀਂ ਕਰਨਾ ਚਾਹੀਦਾ। ਇਹਨੇ ਨਾ ਆਪ ਹੀ ਉਹ ਸਾਖੀ ਜਿਹੜੀ ਸੀ ਨਾ ਬਣਾ ਕੇ ਇਦਾਂ ਦੀ ਤੇ ਜਨਮ ਸਾਖੀ 'ਚ ਲਿਖ ਦਿੱਤੀ ਹੈ। ਤੇ ਜੇ ਕੋਈ ਆਖੇ ਵੀ ਸਬੂਤ ਦਿਓ, ਕਿਉਂਕਿ ਕਰਤੂਤਾਂ ਮਾੜੀਆਂ ਸਨ ਤੇ ਪ੍ਰਸੰਗ ਵੀ ਉਦਾਂ ਦਾ ਬਣਾ ਲਿਆ। ਕੋਈ ਆਖਦਾ ਵੀ ਸਬੂਤ ਦਿਓ ਵੀ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਵੀ ਬਹੂ ਬੇਟੀ ਕੀ ਚੀਜ਼ ਹੈ, ਸਿੱਖੀ ਤੋਂ ਵੱਡੀ ਥੋੜ੍ਹਾ ਹੈ। ਤੇ ਕਹਿੰਦਾ ਮੈਂ ਥੋੜ੍ਹਾ ਕਹਿਣਾ, ਜਾਓ ਜਨਮ ਸਾਖੀ ਵੇਖ ਲਓ। ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ 'ਚ ਇਹ ਗੱਲ ਲਿਖੀ ਹੋਈ ਹੈ। ਉਹ ਗੱਲ ਲਿਖੀ ਆਪ ਹੈ। ਤੇ ਕਿਉਂ ਲਿਖੀ? ਵੀ ਜੇ ਕੋਈ ਮੈਨੂੰ ਸਵਾਲ ਕਰੇ ਤੇ ਮੈਂ ਉਹਦਾ ਜਵਾਬ ਦੇ ਸਕਾਂ। ਇਸ ਪ੍ਰਕਾਰ ਇਹੋ ਜਿਹੀਆਂ ਝੂਠੀਆਂ ਗੱਲਾਂ ਬਣਾ ਕੇ ਇਹਨਾਂ ਨੇ ਵਿੱਚ ਲਿਖ ਦਿੱਤੀਆਂ। ਸਾਧ ਸੰਗਤ ਜੀ, ਇਸ ਪ੍ਰਕਾਰ ਭਾਈ ਰਤਨ ਸਿੰਘ ਕਹਿੰਦੇ ਜਿਹੜੀ ਮੁਕਤ ਦੀ ਨਿਆਮਤ ਹੁੰਦੀ ਹੈ ਨਾ ਭਾਈ, ਉਹ ਇਸੇ ਤਰ੍ਹਾਂ ਹੀ ਵਿਅਰਥ ਜਾਇਆ ਕਰਦੀ ਹੈ। ਸੋ ਇਹ ਜਿਹੜਾ ਮਹਾ ਪਾਪੀ ਨਿੰਦਕ ਦੁਸ਼ਟ ਜਿਹੜਾ ਸ਼ਰਨਦਾਸ ਸੀਗਾ, ਅੱਗੇ ਦੀ ਔਲਾਦ ਨਹੀਂ ਹੋਈ। ਗੁਲਾਬ ਰਾਏ ਦੀ ਔਲਾਦ ਖਤਮ ਹੋ ਗਈ, ਆਪਾਂ ਸਰਵਣ ਕੀਤਾ ਸੀ। ਇਸੇ ਪ੍ਰਕਾਰ ਗੰਗੂ ਸ਼ਾਹੀਏ ਮਰ ਗਏ। ਇਸੇ ਪ੍ਰਕਾਰ ਇਹ ਹੰਧਾਲੀਏ ਜੰਡਿਆਲੇ ਵਾਲੇ ਮਰ ਗਏ। ਜਿਨ੍ਹਾਂ ਨੇ ਗੁਰੂ ਦੀ ਸਮਤਾ, ਗੁਰੂ ਦੀ ਸਮਾਨਤਾ, ਬਰਾਬਰੀ ਕੀਤੀ ਹੈ, ਇਸੇ ਤਰ੍ਹਾਂ ਹੀ ਉਹ ਖਤਮ ਹੋ ਗਏ। ਉਹਨਾਂ ਦੀ ਔਲਾਦ ਨਹੀਂ ਹੋਈ ਅੱਗੇ। ਗੁਰੂ ਘਰ ਨਾਲ ਜਿਨ੍ਹਾਂ ਨੇ ਵੈਰ ਵਿਰੋਧ ਕਮਾਇਆ ਭਾਈ, ਉਹਨਾਂ ਦੀ ਦਸ਼ਾ ਇਹੀ ਹੁੰਦੀ ਆਈ ਹੈ। ਤੇ ਅੱਗੇ ਵੀ ਜਿਹੜੇ ਗੁਰੂ ਘਰ ਨਾਲ ਮੱਥਾ ਲਾਉਣਗੇ, ਹਾਲ ਉਹਨਾਂ ਦਾ ਵੀ ਇਸੇ ਤਰ੍ਹਾਂ ਹੋਣਾ। ਇਸ ਕਰਕੇ ਗੁਰੂ ਦਾ ਸਿੱਖ ਬਣ ਕੇ ਰਹਿਣਾ ਚਾਹੀਦਾ ਹੈ। ਆਪਣੇ ਆਪ ਨੂੰ ਗੁਰੂ ਦੇ ਸਨਮੁਖ ਵੱਡਾ ਨਹੀਂ ਥਾਪਣਾ ਚਾਹੀਦਾ ਵੀ ਮੈਂ ਵੱਡਾ। ਤੇ ਜੇ ਮੈਂ ਵੱਡਾ ਤੇ ਮਹਾਰਾਜ ਜੀ ਕਹਿੰਦੇ ਨੇ ਵੀ ਭਾਈ ਫਿਰ ਇਹ ਸਮਝੇ ਮੈਂ ਮੇਰੀ ਆ ਗਈ ਤੇ ਤੂੰ ਕੁਛ ਵੀ ਨਹੀਂ, ਫਿਰ ਤੂੰ ਖਤਮ ਹੈ। ਇੱਥੇ ਨਿਮਰਤਾ ਵਾਲਿਆਂ ਨੂੰ ਥਾਂ ਮਿਲਦੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ। ਸੋ ਅੱਗੇ ਆਪਾਂ ਇੱਕ ਦੰਗਾਈ ਸਿੱਖ ਦੀ ਕਥਾ ਸੁਣਾਂਗੇ ਕੱਲ੍ਹ ਦੇ ਦੀਵਾਨ ਵਿੱਚ। ਭਾਈ ਤਾਰਾ ਸਿੰਘ ਵਾਹ ਬੜੇ ਵੱਡੇ ਯੋਧੇ ਸਨ, ਔਰ ਕਿਆ ਉਹਨਾਂ ਦਾ ਗਜ਼ਬ ਦਾ ਇਤਿਹਾਸ ਹੈ ਭਾਈ ਤਾਰਾ ਸਿੰਘ ਦਾ। ਤੇ ਬੜੇ ਪ੍ਰੇਮੀ ਸਨ ਮਹਾਰਾਜ ਦੇ ਸਿੱਖ। ਤੇ ਭਾਈ ਸਾਹਿਬ ਜੀ ਇਹ ਲਿਖਦੇ ਨੇ ਵੀ ਇਹੋ ਜਿਹੇ ਦੰਗਾਈ ਸਨ ਵੀ ਜੇ ਕਲੇਸ਼ ਕਿਸੇ ਦੇ ਘਰ ਪਿਆ ਹੁੰਦਾ ਸੀ ਨਾ, ਤੇ ਕਹਿੰਦੇ ਸਨ ਵੀ 2 ਘੜੀ ਇੱਧਰ ਵੀ ਆ ਜਾ ਮੇਰੇ ਵੱਲ। ਵੀ ਲੜਾਈ ਮੁੱਲ ਲੈਣ ਵਾਲਾ ਸਿੱਖ ਸੀਗਾ। ਵੀ ਜੇ ਕਿਧਰੇ ਲੜਾਈ ਜਾਂਦੀ ਹੁੰਦੀ ਸੀ ਨਾ, ਕਹਿੰਦਾ ਮੇਰੇ ਵੱਲ ਆ ਜਾ, 2 ਘੜੀਆਂ ਮੇਰੀਆਂ ਵੀ ਕਟਾ ਜਾ। ਇੱਦਾਂ ਦਾ ਸਿੱਖ ਸੀ ਭਾਈ ਤਾਰਾ ਸਿੰਘ। ਤੇ ਗੁਰੂ ਸਾਹਿਬ ਨਾਲ ਪ੍ਰੇਮ ਕਰਨ ਵਾਲਾ ਤੇ ਚੜ੍ਹਦੀ ਕਲਾ ਵਾਲਾ, ਤਿਆਰ ਬਰ ਤਿਆਰ ਰਹਿਣ ਵਾਲਾ ਨਿਹੰਗ ਸਿੰਘ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇਹਨਾਂ ਦਾ ਪ੍ਰਸੰਗ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ, ਅਨਾਥ ਸਖੇ, ਦੀਨ ਦਰਦ, ਹੇ ਸਮਰੱਥ, ਅਗੰਮ ਪੂਰਨ, ਮੋਹਿ ਮਇਆ ਤਾ, ਅੰਧਕੂਪ ਮਹਾ ਭਿਆਨ, ਨਾਨਕ ਪਾਰਿਓ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰਿਓ ਤਾਰਨ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰਿਓ ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।